ਸਾਮ 23 ਭਜਨਾਂ ਦੇ 23ਵੇਂ ਭਜਨ ਦੇ ਉੱਤੇ ਇਹ ਗੀਤ ਜੋ ਅਸੀਂ ਦੇਖਿਆ ਕਿ ਰੱਬ ਅਯਾਲੀ ਮੇਰੇ ਕੋਲ ਮੇਰੇ ਦਿਲ ਤੂੰ ਨਹੀਂ ਡੋਲ। ਕਿਉਂਕਿ ਇਸ ਵਿੱਚ ਉਹ ਤਿੰਨੇ ਚੀਜ਼ਾਂ ਨੂੰ ਦੱਸਦਾ ਕਿ ਉਹ ਤੇਰੇ ਖਾਣੇ, ਤੇਰੇ ਸਰੀਰ ਦੇ ਲਈ ਉਹ ਪ੍ਰਬੰਧ ਕਰਦਾ, ਤੇਰੇ ਮਨ ਦੀ ਰਾਖੀ ਦੇ ਲਈ ਉਹ ਪ੍ਰਬੰਧ ਕਰਦਾ, ਅਖੀਰ ਤੇਰੀ ਆਤਮਾ ਦੇ ਲਈ ਵੀ ਉਸਨੇ ਪ੍ਰਬੰਧ ਕੀਤਾ ਆ। ਸੋ ਤੈਨੂੰ ਡੋਲਣ ਦੀ ਲੋੜ ਨਹੀਂ, ਕਿਉਂਕਿ ਪ੍ਰਭੂ ਤੇਰਾ ਤੇਰੇ ਨਾਲ ਆ, ਪ੍ਰਭੂ ਤੇਰਾ ਤੇਰੇ ਕੋਲ ਆ। ਸੋ ਅਸੀਂ ਜਿਸ ਵੇਲੇ ਵਚਨ ਦੇ ਵਿੱਚੋਂ ਅੱਜ ਅਸੀਂ ਦੇਖਾਂਗੇ ਤਾਂ ਸਾਡੀ ਭੈਣ ਨੇ ਸਾਮ 116 ਪੜ੍ਹਿਆ ਸੀਗਾ, ਤਾਂ ਮੈਂ ਤੁਹਾਡਾ ਧਿਆਨ ਉਸ ਦੀਆਂ 2 ਆਇਤਾਂ ਦੇ ਉੱਤੇ ਲੈ ਕੇ ਆਉਣਾ ਅਤੇ ਉਸ ਤੋਂ ਬਾਅਦ ਅਸੀਂ ਅਫਸੀਆਂ ਦੀ ਪੁਸਤਕ ਦੇ ਵਿੱਚ ਉਹਦੇ ਅਖੀਰਲੇ ਚੈਪਟਰ ਦੇ ਵਿੱਚ ਜਾਵਾਂਗੇ, ਜਿਸ ਦੀ ਅਸੀਂ ਸਟੱਡੀ ਪਿਛਲੇ 6 ਹਫ਼ਤਿਆਂ ਤੋਂ ਕਰਦੇ ਆ ਰਹੇ ਹਾਂ। ਅਗਲੇ ਹਫ਼ਤੇ ਅਸੀਂ ਇਸ ਕਿਤਾਬ ਨੂੰ, ਇਸ ਪੁਸਤਕ ਨੂੰ ਸੰਪੂਰਨ ਕਰਾਂਗੇ ਔਰ ਪ੍ਰਭੂ ਅੱਗੇ ਬੇਨਤੀ ਕਰਾਂਗੇ ਕਿ ਜਦੋਂ ਅਗਲੀ ਵਾਰੀ ਅਸੀਂ ਇਸ ਪੁਸਤਕ ਨੂੰ ਪੜ੍ਹੀਏ ਸਾਨੂੰ ਇਸ ਤੋਂ ਵੀ ਉਹ ਗਹਿਰੀਆਂ ਚੀਜ਼ਾਂ ਦਿਖਾਏ। ਜਿਸ ਵੇਲੇ ਅਸੀਂ ਸਾਡੀ ਭੈਣ ਨੇ ਸਾਮ 116 ਪੜ੍ਹਿਆ ਅਤੇ ਉਸਨੇ ਇਸ ਜ਼ਬੂਰ ਨੂੰ 9 ਤੱਕ ਪੜ੍ਹਿਆ, ਜਿੱਥੇ ਪ੍ਰਭੂ ਦਾ ਬੰਦਾ ਇਹ ਕਹਿ ਰਿਹਾ ਕਿ ਇਸ ਲਈ ਮੈਂ ਪ੍ਰਭੂ ਦੇ ਸਾਹਮਣੇ ਜਿਉਂਦਿਆਂ ਦੀ ਧਰਤੀ ਦੇ ਉੱਤੇ ਚੱਲ ਰਿਹਾ ਹਾਂ। ਕਿਉਂਕਿ ਉਸਨੇ ਮੇਰੀ ਜਾਨ ਨੂੰ ਮੌਤ ਤੋਂ ਬਚਾਇਆ, ਉਸਨੇ ਮੇਰੇ 'ਤੇ ਰਹਿਮ ਕੀਤੀ ਆ, ਮੇਰੇ ਮਨ ਨੂੰ ਚੰਗਿਆਈ ਦਿੱਤੀ ਆ। ਲੇਕਿਨ ਇਸ ਦੀ 10ਵੀਂ ਆਇਤ ਨੂੰ ਦੇਖੋ, ਉਸ ਦੇ ਵਿੱਚ ਕੀ ਲਿਖਿਆ। ਪ੍ਰਭੂ ਦੇ ਵਚਨ 'ਚ ਇਸ ਤਰ੍ਹਾਂ ਲਿਖਿਆ ਕਿ ਮੈਂ ਆਪਣੇ ਵਿਸ਼ਵਾਸ ਤੋਂ ਨਾ ਡੋਲਿਆ, ਮੈਂ ਆਪਣੇ ਵਿਸ਼ਵਾਸ ਤੋਂ ਨਾ ਡੋਲਿਆ, ਬੇਸ਼ੱਕ ਮੈਂ ਕਿਹਾ, ਯਾਨੀ ਕਿ ਤੁਹਾਡਾ ਆਪਣਾ ਇਨਸਾਨ ਕਹਿ ਰਿਹਾ, ਬੇਸ਼ੱਕ ਮੈਂ ਕਿਹਾ ਕਿ ਮੈਂ ਵੱਡੇ ਦੁੱਖ ਦੇ ਵਿੱਚ ਹਾਂ ਔਰ ਮੈਂ ਘਬਰਾਹਟ ਵਿੱਚ ਬੋਲ ਉੱਠਿਆ ਕਿ ਹਰ ਕੋਈ ਝੂਠਾ ਹੈ, ਹਰ ਕੋਈ ਝੂਠਾ ਹੈ। ਮੈਂ ਪ੍ਰਭੂ ਦੇ ਸਾਹਮਣੇ ਆਪਣੇ ਨਾਲ ਕੀਤੀ ਭਲਾਈ ਦੇ ਲਈ ਕੀ ਚੜਾਵਾਂ? ਮੈਂ ਛੁਟਕਾਰੇ ਦਾ ਚੜਾਵਾ ਲੈ ਕੇ ਆਵਾਂਗਾ ਅਤੇ ਆਪਣੇ ਪ੍ਰਭੂ ਦੇ ਨਾਂ ਨੂੰ ਪੁਕਾਰਾਂਗਾ। ਮੈਂ ਪ੍ਰਭੂ ਦੇ ਸਾਹਮਣੇ ਕੀ ਚੜਾਵਾਂ, ਕੀ ਉਸ ਦੇ ਸਾਹਮਣੇ ਲੈ ਕੇ ਜਾਵਾਂ? ਲੇਕਿਨ ਉਹ ਕਹਿੰਦਾ ਪਰ ਮੈਂ ਆਪਣੇ ਵਿਸ਼ਵਾਸ ਤੋਂ ਨਾ ਡੋਲਿਆ। ਜਿਹੜਾ ਅਫਸੀਆਂ ਦਾ 6ਵਾਂ ਚੈਪਟਰ ਆ, ਇਹ ਸਾਡੇ ਵਿਸ਼ਵਾਸ ਦਾ ਚੈਪਟਰ ਆ। ਬੇਸ਼ੱਕ ਇਹ ਸ਼ੁਰੂ ਉੱਥੋਂ ਹੁੰਦਾ ਕਿ ਸਾਡਾ ਰਿਸ਼ਤੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਔਰ ਇਸ ਦੇ ਉੱਤੇ ਅਸੀਂ ਇੱਕ ਵੱਖਰੀ ਸੀਰੀ ਦੇਖਾਂਗੇ, ਮੈਸੇਜਸ ਦੀ ਸੀਰੀ ਦੇਖਾਂਗੇ, ਜਿਸ ਦੇ ਵਿੱਚ ਅਸੀਂ ਦੇਖਾਂਗੇ ਕਿ ਸਾਡਾ ਆਪਣਾ ਜੋ ਅਸੀਂ ਵਿਆਹੁਤਾ ਜੀਵਨ ਗੁਜ਼ਾਰ ਰਹੇ ਹਾਂ, ਸਾਡਾ ਆਪਣੇ ਜੀਵਨ ਸਾਥੀਆਂ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਾਡੇ ਬੱਚਿਆਂ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜੋ ਸਾਡੇ ਲਈ ਕੰਮ ਕਰਦੇ ਆ ਉਹਨਾਂ ਦੇ ਨਾਲ ਸਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜਿਨ੍ਹਾਂ ਦੇ ਲਈ ਅਸੀਂ ਕੰਮ ਕਰਦੇ ਹਾਂ ਉਹਨਾਂ ਦੇ ਨਾਲ ਸਾਡਾ ਰਿਸ਼ਤਾ ਕਿੱਦਾਂ ਦਾ ਹੋਣਾ ਚਾਹੀਦਾ। ਲੇਕਿਨ ਅੱਜ ਅਸੀਂ ਇਸ ਦੇ ਵਿੱਚੋਂ ਪੜ੍ਹ ਕੇ ਗੁਜ਼ਰਾਂਗੇ। ਸਾਡਾ ਆਪਣਾ ਧਿਆਨ ਜਿਹੜਾ ਅਸੀਂ ਕਰਾਂਗੇ ਉਹ ਕਰਾਂਗੇ ਸਾਡੀ ਜਿਹੜੀ ਆਤਮਿਕ ਜੰਗ ਆ, ਜੋ ਅਸੀਂ ਦਿਨ ਰਾਤ ਲੜਦੇ ਪਏ ਹਾਂ, ਅਸੀਂ ਆਪਣਾ ਧਿਆਨ ਉਸ ਦੇ ਉੱਤੇ ਕਰਾਂਗੇ। ਜਿਸ ਲਈ 6ਵਾਂ ਚੈਪਟਰ ਸ਼ੁਰੂ ਹੁੰਦਾ ਤਾਂ ਇਹ ਬੱਚਿਆਂ ਦੀ ਗੱਲ ਕਰਦਾ ਕਿ ਬੱਚਿਓ ਆਪਣੇ ਮਾਪਿਆਂ ਦੇ ਆਗਿਆਕਾਰੀ ਬਣ ਕੇ ਰਹੋ, ਕਿਉਂਕਿ ਇਹ ਕਰਨਾ ਭਲਾ ਹੈ। ਆਪਣੇ ਮਾਂ ਪਿਓ ਦਾ ਸਤਿਕਾਰ ਕਰ, ਇਹ ਪਹਿਲੀ ਆਗਿਆ ਹੈ ਜਿਸ ਦੇ ਨਾਲ ਪ੍ਰਤਿੱਗਿਆ ਵੀ ਹੈ। ਇਸ ਤੇ ਪੂਰਾ ਕਰਨ ਤੇ ਤੇਰਾ ਭਲਾ ਹੋਵੇਗਾ ਅਤੇ ਧਰਤੀ ਤੇ ਤੂੰ ਲੰਬੀ ਉਮਰ ਭੋਗੇਗਾ। ਮਾਪਿਓ ਤੁਸੀਂ ਵੀ ਆਪਣੇ ਬੱਚਿਆਂ ਨੂੰ ਖਫਾ ਨਾ ਕਰੋ, ਸਗੋਂ ਉਹਨਾਂ ਦਾ ਪਾਲਣ ਪੋਸ਼ਣ ਮਸੀਹੀ ਅਸੂਲਾਂ ਦੇ ਅਨੁਸਾਰ ਕਰੋ। ਗੁਲਾਮੋ ਆਪਣੇ ਸੰਸਾਰਕ ਮਾਲਕਾਂ ਦੇ ਪੂਰੇ ਦਿਲ ਦੇ ਨਾਲ ਡਰਦੇ ਕੰਬਦੇ ਹੋਏ ਇਸ ਤਰ੍ਹਾਂ ਆਗਿਆਕਾਰੀ ਬਣੋ ਜਿਸ ਤਰ੍ਹਾਂ ਕਿ ਤੁਸੀਂ ਮਸੀਹ ਦੇ ਗੁਲਾਮ ਹੋ। ਕੇਵਲ ਆਦਮੀਆਂ ਨੂੰ ਦਿਖਾਉਣ ਵਾਸਤੇ ਹੀ ਸੇਵਾ ਨਾ ਕਰੋ, ਸਗੋਂ ਮਸੀਹ ਦੇ ਗੁਲਾਮ ਹੋਣ ਦੇ ਨਾਤੇ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰੋ। ਇਸ ਲਈ ਗੁਲਾਮ ਹੋਣ ਦੇ ਨਾਤੇ ਹੀ ਖੁਸ਼ੀ ਨਾਲ ਸੇਵਾ ਕਰੋ, ਇਹ ਸਮਝ ਕੇ ਕਿ ਇਹ ਤੁਹਾਡੀ ਸੇਵਾ ਪ੍ਰਭੂ ਦੇ ਲਈ ਹੈ, ਨਾ ਕਿ ਆਦਮੀਆਂ ਦੇ ਲਈ। ਤੁਸੀਂ ਤਾਂ ਜਾਣਦੇ ਹੀ ਹੋ ਕਿ ਹਰ ਭਲੇ ਕੰਮ ਕਰਨ ਵਾਲੇ ਨੂੰ ਪ੍ਰਭੂ ਬਦਲਾ ਦੇਵੇਗਾ, ਚਾਹੇ ਉਹ ਗੁਲਾਮ ਹੋਵੇ ਜਾਂ ਆਜ਼ਾਦ। ਮਾਲਕੋ ਤੁਸੀਂ ਵੀ ਆਪਣਿਆਂ ਗੁਲਾਮਾਂ ਦੇ ਨਾਲ ਚੰਗਾ ਵਰਤਾਓ ਕਰੋ, ਸਗੋਂ ਇਹ ਜਾਣਦੇ ਹੋਏ ਕਿ ਤੁਹਾਡਾ ਦੋਹਾਂ ਦਾ ਸਵਰਗ ਦੇ ਵਿੱਚ ਇੱਕ ਮਾਲਕ ਹੈ ਜੋ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਉਹਨਾਂ ਨੂੰ ਐਵੇਂ ਧਮਕਾਉਣਾ ਛੱਡ ਦਿਓ। ਸੋ ਇਹਦੇ ਵਿੱਚ ਸਾਨੂੰ ਵਚਨ ਦੇ ਵਿੱਚ ਇਹ ਦੱਸਿਆ ਗਿਆ ਕਿ ਸਾਡਾ ਆਪਣੇ ਬੱਚਿਆਂ ਦੇ ਨਾਲ ਔਰ ਬੱਚਿਆਂ ਦਾ ਸਾਡੇ ਨਾਲ, ਅਸੀਂ ਜਿਨ੍ਹਾਂ ਦੇ ਲਈ ਕੰਮ ਕਰਦੇ ਹਾਂ ਉਹਨਾਂ ਦੇ ਨਾਲ
ਔਰ ਜਿਹੜੇ ਸਾਡੇ ਲਈ ਕੰਮ ਕਰਦੇ ਆ ਉਹਨਾਂ ਦੇ ਨਾਲ ਰਿਸ਼ਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਪ੍ਰਭੂ ਨੇ ਚਾਹਿਆ ਤੇ ਜਿਸ ਵੇਲੇ ਅਸੀਂ ਰਿਸ਼ਤਿਆਂ ਨਾਤਿਆਂ ਦੇ ਉੱਤੇ ਸੀਰੀ ਦੇਖਾਂਗੇ, ਪ੍ਰਭੂ ਦਾ ਵਚਨ ਦੇਖਾਂਗੇ, ਉਸ ਵੇਲੇ ਉਸ ਨੂੰ ਖੋਲਾਂਗੇ। ਲੇਕਿਨ ਅੱਜ ਜਿਹੜਾ ਮੇਰਾ ਧਿਆਨ ਆ ਉਹ 10ਵੀਂ ਆਇਤ ਤੋਂ ਸ਼ੁਰੂ ਹੁੰਦਾ, ਕਿਉਂਕਿ ਇਸ ਦੇ ਵਿੱਚ ਸਾਡਾ ਉਸਨੇ ਆਤਮਿਕ ਰਿਸ਼ਤੇ ਦੇ ਬਾਰੇ, ਪ੍ਰਭੂ ਸਾਡਾ ਜਿਹੜਾ ਆਤਮਾ ਪ੍ਰਭੂ ਨੇ ਸਾਨੂੰ ਬਖਸ਼ਿਆ ਆ ਔਰ ਉਸ ਦੇ ਜਿਹੜਾ ਰਿਸ਼ਤਾ ਸਾਡਾ ਪ੍ਰਭੂ ਦੇ ਨਾਲ ਆ, ਜੋ ਸਾਡਾ ਉੱਤਮ ਰਿਸ਼ਤਾ ਜਿਹੜਾ ਪ੍ਰਭੂ ਦੇ ਨਾਲ ਸੰਬੰਧ ਜੋ ਪ੍ਰਭੂ ਯਿਸੂ ਮਸੀਹ ਦੇ ਕਰਕੇ ਹੋਇਆ, ਉਸ ਦੇ ਲਈ ਉਹ ਸਾਨੂੰ ਕੁਝ ਦੱਸ ਰਿਹਾ। ਔਰ ਇਸ ਵਚਨ ਨੂੰ ਬੜੇ ਧਿਆਨ ਦੇ ਨਾਲ ਦੇਖੋ। ਔਰ ਮੇਰੀ ਬੇਨਤੀ ਆ ਕਿ ਪ੍ਰਭੂ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਗਹਿਰਾਈ ਦੇ ਨਾਲ ਤੁਹਾਨੂੰ ਦਿਖਾਏ ਕਿ ਜਿਸ ਦੇ ਨਾਲ ਤੁਹਾਨੂੰ ਵੀ ਬਰਕਤ, ਹੋਰ ਵੀ ਬਰਕਤ ਮਿਲੇ। ਔਰ ਅੰਤ ਦੇ ਵਿੱਚ ਮੇਰਾ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ। ਕਿੰਨੀ ਵਾਰ ਵਚਨ ਦੇ ਵਿੱਚ ਇਹੋ ਹੀ ਚੀਜ਼ ਬਾਰ-ਬਾਰ ਆਉਂਦੀ ਹੈ। ਕਿਸੇ ਬੰਦੇ ਨੇ ਇੱਕ ਬੜੀ ਗੁੱਡ ਐਗਜ਼ਾਮਪਲ ਦਿੱਤੀ ਸੀ। ਉਸਨੇ ਆਪਣੇ ਹੱਥ ਦੇ ਵਿੱਚ ਇੱਕ ਲਾਈਟ ਬਲਬ ਫੜ ਲਿਆ ਤੇ ਦੂਸਰੇ ਪਾਸੇ ਉਸਨੇ ਤਾਰ ਫੜ ਲਈ ਔਰ ਉਹ ਤਾਰ ਨੂੰ ਲੈ ਕੇ ਉਹ ਕਦੀ ਕਿਸੇ ਸੌਕਟ ਦੇ ਵਿੱਚ ਲਾ ਦਿੰਦਾ ਸੀ, ਕਦੀ ਕਿਸੇ ਸੌਕਟ ਦੇ ਵਿੱਚ ਲਾ ਦਿੰਦਾ ਸੀ, ਔਰ ਜਿਸਲੇ ਉਹ ਕੱਢ ਲੈਂਦਾ ਸੀਗਾ ਤਾਂ ਲਾਈਟ ਬੁੱਝ ਜਾਂਦੀ ਸੀ। ਕਹਿੰਦਾ ਸਾਡਾ ਹਾਲ ਇਹੋ ਹੀ ਆ, ਇਹ ਜੋ ਇਸ ਰੋਸ਼ਨੀ ਦਾ, ਇਸ ਜੋ ਲਾਈਟ, ਸਾਡੀ ਨਿੱਕੀ ਜੀ ਲਾਈਟ ਆ, ਇਸ ਦੇ ਨਾਲ ਹੋ ਰਿਹਾ। ਅਸੀਂ ਆਪਣੀ ਜਿਹੜੀ ਬਲ ਆ ਉਹ ਦੁਨੀਆ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲੋਕਾਂ ਤੋਂ ਆਪਣਾ ਬਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹਾਲਾਤਾਂ 'ਚੋਂ ਆਪਣਾ ਬਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਧਨ ਤੋਂ ਆਪਣਾ ਬਲ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਲੇਕਿਨ ਸਾਡਾ ਉਹ ਜਿੰਨਾ ਦੇਰ ਤੱਕ ਉਹ ਚੀਜ਼ ਹੁੰਦੀ ਆ, ਬਸ ਉਨੀ ਦੇਰ ਤੱਕ ਸਾਡਾ ਬਲ ਰਹਿੰਦਾ। ਅਸੀਂ ਕਦੇ ਵੀ ਆਪਣਾ ਬਲ ਉਸ ਪ੍ਰਭੂ ਤੋਂ ਜੋ ਸਾਨੂੰ ਦੇ ਰਿਹਾ, ਜਿਸਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਡੇ ਉੱਤੇ ਨਿਛਾਵਰ ਕਰ ਦਿੱਤਾ, ਅਸੀਂ ਕਦੇ ਵੀ ਆਪਣਾ ਕਨੈਕਸ਼ਨ ਉਸ ਦੇ ਨਾਲ ਨਹੀਂ ਲਾਉਂਦੇ। ਇਸ ਕਰਕੇ ਉਹ ਕਹਿੰਦਾ ਆਪਣਾ ਬਲ, ਆਪਣੀ ਤਾਕਤ ਪ੍ਰਭੂ ਤੋਂ ਪ੍ਰਾਪਤ ਕਰੋ ਅਤੇ ਉਸ ਤੋਂ ਆਪਣੀ ਸ਼ਕਤੀ ਸਵੀਕਾਰ ਕਰੋ। ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ 'ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ 'ਤੇ ਵੀ ਜੇਤੂ ਠਹਿਰੋਗੇ। ਮੁਸੀਬਤ ਸਾਡੀ ਇਹ ਆ ਕਿ ਅਸੀਂ ਕਿਸੇ ਦੇ ਸਰੀਰਕ ਕੰਮਾਂ ਨੂੰ ਦੇਖ ਕੇ ਉਹਨਾਂ ਨੂੰ ਜੱਜ ਕਰਨ ਲੱਗ ਪੈਂਦੇ ਹਾਂ ਔਰ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਗਰ ਅਸੀਂ ਇਸ ਇਨਸਾਨ ਦੇ ਸਰੀਰਕ ਕੰਮਾਂ ਨੂੰ ਇੱਕ ਲਿਮਿਟ ਤੱਕ ਜੱਜ ਕਰਾਂਗੇ ਜਾਂ ਇਸ ਨੂੰ ਬਹੁਤ ਸਾਰੀਆਂ ਸਲਾਹਾਂ ਦੇਵਾਂਗੇ ਤਾਂ ਇਹ ਠੀਕ ਹੋ ਜਾਊਗਾ। ਕਿੰਨੇ ਬੰਦੇ ਅੱਜ ਤਾਈਂ ਠੀਕ ਹੋਏ ਆ ਸਾਡੀਆਂ ਸਲਾਹਾਂ ਦੇ ਕਰਕੇ? ਕਿੰਨੇ ਬੰਦੇ ਆ ਜਿਨ੍ਹਾਂ ਨੂੰ ਜੱਜ ਕਰਨ ਤੋਂ ਬਾਅਦ ਅਸੀਂ ਆਪਣਾ ਦੁਨਿਆਵੀ ਰਿਸ਼ਤਾ ਵੀ ਉਹਨਾਂ ਤੋਂ ਗਵਾ ਲਿਆ। ਉਹ ਸਾਡੇ ਲਾਗੇ ਆ ਕੇ ਖੜੇ ਨਹੀਂ ਹੋਣਾ ਮੰਗਦੇ। ਲੇਕਿਨ ਇਸ ਤੋਂ ਉਲਟ ਕਿੰਨੇ ਲੋਕ ਆ ਜਿਨ੍ਹਾਂ ਦੇ ਲਈ ਅਸੀਂ ਦੁਆ ਕੀਤੀ ਤਾਂ ਉਹਨਾਂ ਦੀ ਜ਼ਿੰਦਗੀ ਬਦਲ ਗਈ। ਮੈਂ ਪਿਛਲੇ ਦਿਨੀ ਇੱਕ ਘਰ ਦੇ ਵਿੱਚ ਮੈਂ ਵਿਜ਼ਿਟ ਕਰ ਰਿਹਾ ਸੀਗਾ। ਅਸੀਂ ਆਪਣੀ ਸਾਰੀ ਵਾਹ ਉਸ ਮਾਂ ਦੇ ਨਾਲ ਲਾ ਲਈ ਸੀਗੀ ਕਿ ਇਹਦੇ ਵਿੱਚ ਕੋਈ ਬਦਲਾਅ ਆਊਗਾ। ਬੜੀਆਂ ਉਸ ਨੂੰ ਸਲਾਹਾਂ ਦਿੱਤੀਆਂ, ਕੋਈ ਫਰਕ ਨਹੀਂ ਉਸ ਨੂੰ ਪਿਆ। ਔਰ ਉਸ ਤੋਂ ਬਾਅਦ ਅਸੀਂ ਐਜ਼ ਅ ਚਰਚ ਉਹਨਾਂ ਦੇ ਘਰਾਣੇ ਦੇ ਲਈ ਦੁਆ ਕਰਨੀ ਸ਼ੁਰੂ ਕਰ ਦਿੱਤੀ। ਔਰ ਇੱਕ ਡਿਫਰੈਂਟ ਕਿਸਮ ਦੀ ਵਿਜ਼ਿਟ ਤੋਂ ਮੈਂ ਆਇਆ ਜਿੱਥੇ ਕਿ ਉਸ ਭੈਣ ਨੂੰ ਜਿਸ ਦੇ ਲਈ ਅਸੀਂ ਦੁਆ ਕਰਦੇ ਪਏ ਸੀਗੇ, ਉਹਨੂੰ ਵੀ ਸੱਚਮੁੱਚ ਪ੍ਰਭੂ ਨੇ ਆਪਣਾ ਹੱਥ ਦਿਖਾਇਆ ਕਿ ਮੈਂ ਤੇਰੇ ਨਾਲ ਬੈਠਾ ਹਾਂ। ਦੁਆ ਦੇ ਕਾਰਨ ਹੋਇਆ। ਉਹ ਮਾਂ ਜੋ ਆਪਣੇ ਆਪ ਨੂੰ ਹਮੇਸ਼ਾ ਠੀਕ ਸਮਝਦੀ ਸੀ, ਸਾਰਿਆਂ ਨੂੰ ਗਲਤ ਸਮਝਦੀ ਸੀਗੀ, ਉਸਨੇ ਆ ਕੇ ਉਸ ਬੇਟੀ ਤੋਂ ਮਾਫੀ ਮੰਗੀ ਆ ਕਿ ਮੈਂ ਗਲਤ ਹਾਂ। ਕਿਹਨੇ ਬਦਲਿਆ? ਸਾਡੀਆਂ ਸਲਾਹਾਂ ਨੇ? ਨੋ। ਯਾਦ ਰੱਖੋ ਅਸੀਂ ਤਿੰਨ ਇਸ ਸਰੀਰ ਦੇ ਵਿੱਚ ਬੈਠੇ ਹੋ। ਪਿਛਲੇ ਸੈਮੀਨਾਰ ਦੇ ਵਿੱਚ ਜਿੱਥੇ ਸਾਡੇ ਸ਼ਹਿਰ ਦੇ ਵਿੱਚ ਹੋਇਆ ਸੀ ਕਿ ਬਹੁਤ ਸਾਰੇ ਹੁਣ ਦੂਸਰੀਆਂ ਚਰਚਾਂ ਦੇ ਲੋਕ ਵੀ ਰੀਚ ਆਊਟ ਕਰਨਾ ਮੰਗਦੇ ਆ, ਸਾਡੇ ਪੰਜਾਬੀਆਂ ਤੱਕ ਪ੍ਰਭੂ ਦਾ ਵਚਨ ਲੈ ਕੇ ਜਾਣਾ ਮੰਗਦੇ ਆ। ਔਰ ਉਹਨਾਂ ਦਾ ਸੈਮੀਨਾਰ ਸੀਗਾ। ਉਹ ਕਹਿੰਦਾ ਕਿਸ ਤਰ੍ਹਾਂ ਇਨਸਾਨ ਨੂੰ ਸਮਝਾਇਆ ਜਾਵੇ ਕਿ ਪ੍ਰਭੂ ਤੇਰੇ ਏਕ ਆ।
ਉਹ ਬਾਪ ਆ, ਬੇਟਾ ਆ ਔਰ ਪਵਿੱਤਰ ਆਤਮਾ ਆ। ਕਿਹੜੀ ਗੁੱਡ ਐਗਜ਼ਾਮਪਲ ਆ? ਕੋਈ ਗੁੱਡ ਐਗਜ਼ਾਮਪਲ ਨਹੀਂ ਉਸ ਦੇ ਲਈ। ਸਭ ਤੋਂ ਜਿਹੜੀ ਗੁੱਡ ਐਗਜ਼ਾਮਪਲ ਆ ਤੁਸੀਂ ਆਪਣੇ ਨਾਲ, ਅਸੀਂ ਆਪਣੇ ਨਾਲ ਲੈ ਕੇ ਤੁਰੇ ਫਿਰਦੇ ਪਏ। ਪ੍ਰਭੂ ਤ੍ਰਿਏਕ ਨਹੀਂ, ਪਰ ਉਸ ਨੂੰ ਤ੍ਰਿਏਕ ਬਣਨਾ ਪਿਆ ਆ, ਕਿਉਂਕਿ ਮੈਂ ਤ੍ਰਿਏਕ ਹਾਂ। ਮੈਂ ਤ੍ਰਿਏਕ ਹਾਂ। ਇਹ ਮੇਰਾ ਸਰੀਰ ਆ ਔਰ ਮੇਰੇ ਔਰ ਤੁਹਾਡੇ ਸਰੀਰਾਂ 'ਚ ਕੋਈ ਫਰਕ ਨਹੀਂ। ਇੱਕੋ ਜਿਹੇ ਡੱਬੇ ਹਾਂ ਅਸੀਂ, ਕੋਈ ਫਰਕ ਨਹੀਂ। ਵੀ ਆਰ ਆਲ ਸੇਮ, ਦ ਬਾਡੀਜ਼ ਆਰ ਆਲ ਸੇਮ। ਜਿਹੜੀ ਚੀਜ਼ ਸਾਨੂੰ ਫਰਕ ਦੇ ਵਿੱਚ ਲੈ ਕੇ ਆਉਂਦੀ ਪਈ ਆ ਉਹ ਹੈ ਜਿਹੜਾ ਸਾਡੇ ਅੰਦਰ ਸਾਡਾ ਮਨ ਜੀਂਦਾ ਪਿਆ। ਮਨ ਤੁਹਾਡਾ ਮੇਰੇ ਮਨ ਨਾਲੋਂ ਵੱਖਰਾ, ਔਰ ਮੇਰੇ ਨਾਲੋਂ ਤੁਹਾਡਾ ਵੱਖਰਾ, ਔਰ ਤੁਹਾਡੇ ਨਾਲੋਂ ਉਸ ਭੈਣ ਦਾ ਵੱਖਰਾ। ਮਨ ਸਾਰਿਆਂ ਦੇ ਅੰਦਰ ਵੱਖਰਾ ਆ ਜਿਹੜਾ ਇਹਦੇ ਅੰਦਰ ਵਾਸ ਕਰਦਾ ਪਿਆ। ਲੇਕਿਨ ਇੱਕ ਤੀਸਰਾ ਜੋ ਆਤਮਾ ਆ, ਜੋ ਪ੍ਰਭੂ ਦਾ ਦਿੱਤਾ ਹੋਇਆ ਗਿਫਟ ਆ, ਉਹ ਤਿੰਨਾਂ ਦੀ ਸੰਭਾਲ ਕਰਨ ਦੇ ਲਈ ਉਸ ਨੂੰ ਤ੍ਰਿਏਕ ਬਣਨਾ ਪਿਆ ਆ। ਐਜ਼ ਅ ਹੋਲੀ ਸਪਿਰਿਟ ਉਹ ਮੇਰੇ ਆਤਮਾ ਦੇ ਨਾਲ ਰਹਿੰਦਾ। ਯਸੂ ਮੇਰੇ ਸਰੀਰ ਦੇ ਲਈ ਇੱਥੇ ਆਇਆ, ਕਿਉਂਕਿ ਬਹੁਤ ਸਾਰੇ ਗਾਇਕਾਂ ਨੇ ਵੀ ਇਹ ਲਿਖ ਦਿੱਤਾ ਸੀਗਾ ਕਿ ਜੇ ਤੂੰ ਸੱਚਮੁੱਚ ਪਰਮੇਸ਼ਰ ਨਾਲ ਧਰਤੀ 'ਤੇ ਇੱਕ ਦਿਨ ਰਹਿ ਕੇ ਦੇਖ, ਉਹ 33 ਸਾਲ ਆ ਕੇ ਫਿਰ ਰਿਹਾ ਸੀ, ਤਾਂ ਕਿ ਅਸੀਂ ਇਹ ਨਾ ਕਹਿ ਸਕੀਏ ਕਿ ਤੂੰ ਧਰਤੀ 'ਤੇ ਆ ਕੇ ਰਿਹਾ ਨਹੀਂ, ਤੈਨੂੰ ਪਤਾ ਨਹੀਂ ਮੇਰਿਆਂ ਦੁੱਖਾਂ ਦੇ ਬਾਰੇ। ਉਹ ਆ ਕੇ ਰਿਹਾ। ਲੇਕਿਨ ਇਹ ਤ੍ਰਿਏਕ ਹੁੰਦਿਆਂ ਹੋਇਆਂ ਵੀ ਇੱਕ ਐਸੀ ਚੀਜ਼ ਹੈ ਜੋ ਮਸੀਹ ਤੋਂ ਬਗੈਰ ਮੇਰੇ ਅੰਦਰ ਜਿਉਂਦੀ ਨਹੀਂ, ਔਰ ਉਹ ਹੈ ਮੇਰੀ ਆਤਮਾ। ਮੇਰੀ ਆਤਮਾ। ਜਿਸ ਲਈ ਅਸੀਂ ਪਿਛਲੇ ਚੈਪਟਰ ਪੜ੍ਹੇ ਸੀਗੇ, ਉਹਨਾਂ ਦੇ ਵਿੱਚ ਅਸੀਂ ਜੈਨੇਸਿਸ ਦੇ ਵਿੱਚੋਂ ਬਹੁਤ ਸਾਰੇ, ਉਤਪੱਤੀ ਪੁਸਤਕ ਦੇ ਵਿੱਚੋਂ ਬਹੁਤ ਸਾਰੇ ਹਿੱਸੇ ਪੜ੍ਹੇ ਸੀ ਕਿ ਕਿਸ ਤਰ੍ਹਾਂ ਇਨਸਾਨ ਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਟੁੱਟ ਗਿਆ। ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤਾ ਔਰ ਕਿਹਾ ਕਿ ਅਗਰ ਤੂੰ ਇਹ ਹੁਕਮ ਤੋੜੇਗਾ ਤਾਂ ਤੂੰ ਮਰ ਜਾਏਗਾ। ਉਸਨੇ, ਇਨਸਾਨ ਨੇ ਉਹ ਹੁਕਮ ਤੋੜਿਆ ਔਰ ਸੱਚਮੁੱਚ ਉਸ ਦੇ ਅੰਦਰ ਕੁਛ ਮਰ ਗਿਆ। ਸਮਥਿੰਗ ਵਾਜ਼ ਡੈਡ। ਔਰ ਉਹ ਸੀ ਉਹ ਆਤਮਾ ਜਿਹੜੀ ਪ੍ਰਭੂ ਨੇ ਉਸ ਦੇ ਅੰਦਰ ਪਾਈ ਸੀ, ਉਹ ਮਰ ਗਈ। ਸਰੀਰ ਚੱਲਦਾ ਰਿਹਾ, ਮਨ ਹੋਰ ਮਜ਼ਬੂਤ ਹੋ ਗਿਆ, ਮਨ ਨੂੰ ਬਹੁਤ ਸਾਰੀਆਂ ਨੌਲੇਜ ਮਿਲ ਗਈ, ਅੱਖਾਂ ਖੁੱਲ੍ਹ ਗਈਆਂ, ਮਨ ਹੋਰ ਮਜ਼ਬੂਤ ਹੋ ਗਿਆ, ਲੇਕਿਨ ਆਤਮਾ ਮਰ ਗਈ। ਜੋ ਵੀ ਬੁਰਾਈ ਮੇਰੇ ਅੰਦਰ ਆ, ਉਸ ਮਰੀ ਹੋਈ ਆਤਮਾ ਦੀ ਮੁਸ਼ਕ ਆ, ਬਦਬੂ ਆ, ਔਰ ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਨੂੰ ਅਸੀਂ ਜਿੰਨਾ ਮਰਜ਼ੀ ਜੱਜ ਕਰ ਲਈਏ, ਬਦਲ ਨਹੀਂ ਸਕਦੇ। ਕੋਈ ਨਹੀਂ ਇਸ ਨੂੰ ਬਦਲ ਸਕਦਾ। ਇਸ ਦਾ ਇੱਕੋ ਹੀ ਇਲਾਜ ਆ, ਉਹ ਹੈ ਦੁਆ। ਦੁਆ। ਦੁਆ ਕਰੋ। ਜਿਸ ਵੇਲੇ ਤੁਸੀਂ ਕੋਈ ਚੀਜ਼ ਗਲਤ ਹੁੰਦੀ ਦੇਖਦੇ ਆ, ਦੁਆ ਕਰੋ, ਪ੍ਰਭੂ ਤੋਂ ਮੰਗੋ। ਉਹ ਆਤਮਾ ਦਾ ਪ੍ਰਭੂ ਆਏਗਾ, ਉਹ ਉਸ ਨੂੰ ਅੰਦਰੋਂ ਬਦਲੇਗਾ, ਉਹ ਉਸ ਦੇ ਉੱਤੇ ਉਹ ਚੀਜ਼ਾਂ, ਉਹ ਕੱਪੜਾ ਪਾਏਗਾ ਜਿਸ ਦੇ ਬਾਰੇ ਅਸੀਂ ਅੱਗੇ ਪੜ੍ਹਾਂਗੇ। ਉਹ ਉਸ ਨੂੰ ਸੰਭਾਲ ਕਰੇਗਾ। ਸੋ ਇਸ ਕਰਕੇ ਉਹ ਕਹਿ ਰਿਹਾ ਕਿ ਸਾਡੀ ਜੰਗ ਦੁਨਿਆਵੀ ਨਹੀਂ। ਜਿਹੜੀ ਬੁਰਾਈ ਅਸੀਂ ਹੁੰਦੀ ਦੇਖਦੇ ਪਏ, ਇਹ ਦੁਨਿਆਵੀ ਨਹੀਂ। ਇਸ ਕਰਕੇ ਇਹ ਦੁਨਿਆਵੀ ਤਰੀਕਿਆਂ ਦੇ ਨਾਲ ਇਸ ਦੇ ਉੱਤੇ ਫਤਹ ਨਹੀਂ ਪਾਈ ਜਾ ਸਕਦੀ। ਉਹ ਅਸਮਾਨੀ ਆ। ਉਹਦੇ ਬਾਰੇ ਉਹ ਕਹਿ ਰਿਹਾ, ਕਹਿੰਦਾ ਤੁਸੀਂ ਇਸੇ ਕਰੀ ਪਰਮੇਸ਼ਵਰ ਦੇ ਹਥਿਆਰ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ। ਇਸ ਤਰ੍ਹਾਂ ਤੁਸੀਂ ਪੂਰਾ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਔਰ ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਕੀ ਕਿਹਾ। ਇਸ ਸਭ ਤੋਂ ਜਿਹੜੀ ਪਹਿਲੀ ਚੀਜ਼ ਉਸਨੇ ਕਹੀ ਆ, ਉਹ ਹੈ, ਕਹਿੰਦਾ ਇਸ ਲਈ ਸਾਵਧਾਨ ਰਹੋ। ਬੀ ਕੇਅਰਫੁਲ ਆਲ ਦਾ ਟਾਈਮ। ਹਮੇਸ਼ਾ ਆਪਣੇ ਆਪ ਨੂੰ, ਆਪਣੇ ਉਸ ਵਿਸ਼ਵਾਸ ਨੂੰ ਬਚਾ ਕੇ ਰੱਖੋ ਜਿਹੜਾ ਪ੍ਰਭੂ ਦੇ ਵਿੱਚ ਸਾਨੂੰ ਦਿੱਤਾ ਗਿਆ। ਜਿੱਦਾਂ ਅਸੀਂ ਸਾਮ 116 ਦੇ ਵਿੱਚ ਪੜ੍ਹਿਆ, ਪ੍ਰਭੂ ਦਾ ਸ਼ੁਕਰ ਹੈ ਕਿ ਉਸਨੇ ਸਾਰੀਆਂ ਚੀਜ਼ਾਂ ਤੋਂ ਸਾਨੂੰ ਰਿਹਾਈ ਦਿੱਤੀ ਆ, ਲੇਕਿਨ ਕਹਿੰਦਾ ਕਿ ਮੈਂ ਆਪਣੇ ਵਿਸ਼ਵਾਸ ਤੋਂ ਨਾ ਡੋਲਿਆ। ਆਵਾਜ਼ਾਂ ਆ ਰਹੀਆਂ ਸੀ ਕਿ ਤੂੰ ਖਤਮ ਹੋ ਗਿਆ,
ਮੇਰਾ ਮਨ ਕਹਿ ਰਿਹਾ ਸੀ ਕਿ ਤੂੰ ਬਹੁਤ ਡੂੰਘੇ ਦੁੱਖ ਦੇ ਵਿੱਚ ਆ, ਤੇਰੀ ਕੋਈ ਨਹੀਂ ਸੁਣਦਾ, ਪਰ ਮੈਂ ਆਪਣੇ ਵਿਸ਼ਵਾਸ ਤੋਂ ਨਾ ਡੋਲਿਆ। ਜਿਹੜਾ ਵੈਰੀ ਦਾ ਸਭ ਤੋਂ ਵੱਡਾ ਹਮਲਾ ਸਾਡੇ ਉੱਤੇ ਆ ਨਾ, ਉਹ ਹੈ ਸਾਡੇ ਵਿਸ਼ਵਾਸ ਦੇ ਉੱਤੇ। ਉਹਦਾ ਇੱਕੋ ਹੀ ਨਿਸ਼ਾਨਾ, ਔਰ ਉਹ ਹੈ ਮੇਰਾ ਫੇਥ, ਜਿਹੜਾ ਮੇਰਾ ਵਿਸ਼ਵਾਸ, ਜਿਸ ਦੇ ਨਾਲ ਮੈਂ ਸਦਾ ਦੀ ਜ਼ਿੰਦਗੀ ਪ੍ਰਭੂ ਦੇ ਵਿੱਚ ਪਾਉਣਾ, ਜਿਸ ਦੇ ਨਾਲ ਮੈਂ ਪ੍ਰਭੂ ਦੀ ਮੁਕਤੀ ਪਾਉਣਾ, ਜਿਸ ਦੇ ਨਾਲ ਇਹ ਸਫ਼ਰ ਖਤਮ ਹੋਣ ਤੋਂ ਬਾਅਦ ਮੈਂ ਪ੍ਰਭੂ ਦੇ ਘਰ ਜਾਣਾ। ਸਿਰਫ ਉਸੇ ਇੱਕ ਚੀਜ਼ ਦੇ ਉੱਤੇ ਉਹਦਾ ਸਾਰਾ ਦਾ ਸਾਰਾ ਜ਼ੋਰ ਲੱਗਾ ਆ। ਬਾਕੀ ਦੀਆਂ ਚੀਜ਼ਾਂ ਉਹ ਸਾਰੀਆਂ ਵਰਤਦਾ ਆ, ਮੇਰੇ ਸਰੀਰ ਨੂੰ ਵਰਤਦਾ, ਇਹਦੇ ਤੇ ਦੁੱਖ ਘੱਲਦਾ ਕਿ ਮੇਰਾ ਵਿਸ਼ਵਾਸ ਟੁੱਟੇ, ਮੇਰਾ ਧਿਆਨ ਮੇਰੇ ਸਰੀਰ ਤੇ ਲੱਗ ਜਾਏ, ਮੈਂ ਆਪਣੇ ਸਰੀਰ ਦਾ ਦਿਨ ਰਾਤ ਆਪਣੇ ਸਰੀਰ ਦੇ ਵੱਲ ਆਪਣੀਆਂ ਅੱਖਾਂ ਲਾ ਕੇ ਰੱਖਾਂ ਕਿ ਇਸ ਨੂੰ ਕੀ ਹੋ ਰਿਹਾ, ਔਰ ਮੇਰਾ ਧਿਆਨ ਜੋ ਪ੍ਰਭੂ ਦੇ ਉੱਤੇ ਹੈ, ਜਿਹੜੀ ਮੇਰੀ ਸਦੀਪਕ ਤੰਦਰੁਸਤੀ ਆ, ਜਿਹੜੀ ਸਦਾ ਦੀ ਤੰਦਰੁਸਤੀ ਆ, ਮੇਰਾ ਧਿਆਨ ਉਸ ਤੋਂ ਹਟ ਜਾਏ। ਮੇਰੇ ਭੈਣੋ ਤੇ ਭਰਾਓ, ਸਾਡੇ ਵਿੱਚ ਕੋਈ ਇੱਕ ਐਸਾ ਬੰਦਾ ਇੱਕ ਨਹੀਂ ਬੈਠਾ ਜਿਹੜਾ ਕਹਿ ਸਕਦਾ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ। ਨਾਟ ਈਵਨ ਵਨ, ਇੱਕ ਨਹੀਂ ਇੱਥੇ ਐਸਾ ਬੈਠਾ। ਕਿਉਂ? ਕਿਉਂਕਿ ਇਹ ਜੇ ਕੋਈ ਕਹਿ ਦੇਵੇ ਨਾ ਕਿ ਮੈਂ ਪੂਰੀ ਤਰ੍ਹਾਂ ਤੰਦਰੁਸਤ ਹਾਂ, ਆਮ 100% ਹੈਲਥੀ, ਤਾਂ ਪ੍ਰਭੂ ਦਾ ਜਿਹੜਾ ਵਚਨ ਆ ਉਹ ਟੁੱਟ ਜਾਂਦਾ। ਹਰ ਇੱਕ ਇਸ ਸਰੀਰ ਦੇ ਵਿੱਚ ਕੋਈ ਨਾ ਕੋਈ ਦੁੱਖ ਲੈ ਕੇ ਜ਼ਰੂਰ ਬੈਠਾ ਆ। ਇਸ ਸਰੀਰ ਦੇ ਵਿੱਚ ਕੈਂਸਰ ਬਾਹਰੋਂ ਨਹੀਂ ਆਉਂਦਾ, ਅੰਦਰੋਂ ਹੀ ਉਤਪੰਨ ਹੁੰਦਾ। ਇਹਦੇ ਵਿੱਚ ਪਤਾ ਨਹੀਂ ਅਸੀਂ ਕੀ ਕੁਛ ਲੈ ਕੇ ਬੈਠੇ ਹਾਂ। ਕਿਉਂ? ਪ੍ਰਭੂ ਦਾ ਵਚਨ ਨੇ ਕਿਹਾ ਸੀਗਾ ਕਿ ਜਿਸ ਲਈ ਉਸਨੇ ਸਰਾਫ ਇਨਸਾਨ ਨੂੰ ਦਿੱਤਾ ਸੀ, ਜਿਸ ਵੇਲੇ ਉਸਨੇ ਉਸ ਦੀ ਕਮੈਂਡ ਨੂੰ ਤੋੜਿਆ ਸੀ ਤਾਂ ਉਸ ਤੋਂ ਬਾਅਦ ਕਰਸ ਆਈ ਸੀਗੀ। ਕਰਸ ਦੇ ਨਾਲ ਜਿਹੜੀ ਇੱਕ ਚੀਜ਼ ਆਈ ਸੀ, ਉਸਨੂੰ ਉਹ ਜਿਹੜੀ ਕਰਸ ਆਈ ਸਾਰੀ ਮਿੱਟੀ ਨੂੰ, ਸਾਰੀ ਧਰਤੀ ਨੂੰ ਮਿਲੀ ਸੀਗੀ ਕਿ ਇਹ ਤੇਰੇ ਲਈ, ਇਹ ਤੇਰੇ ਕਰਕੇ ਸਰਾਫੀ ਹੋਈ, ਇਹ ਕੰਡੇ ਤੇ ਝਾੜੀਆਂ ਤੇਰੇ ਲਈ। ਇਸੇ ਹੀ ਮਿੱਟੀ ਦੇ ਅਸੀਂ ਬਣੇ ਹੋ ਆ, ਇਹ ਕੰਡੇ ਤੇ ਝਾੜੀਆਂ ਜਿਹੜੇ ਸਾਡੇ ਅੰਦਰ ਦੁੱਖ ਆ। ਲੇਕਿਨ ਵੈਰੀ ਉਹਨਾਂ ਦੁੱਖਾਂ ਨੂੰ ਵਰਤ ਕੇ ਜੋ ਸਾਡਾ ਆਤਮਾ ਦਾ ਰਿਸ਼ਤਾ ਪ੍ਰਭੂ ਦੇ ਨਾਲ ਬਣਦਾ ਪਿਆ, ਉਸ ਨੂੰ ਤੋੜਨ ਦਾ ਉਹਦਾ ਸਾਰਾ ਹੁੰਦਾ। ਸਾਡਿਆਂ ਹਾਲਾਤਾਂ ਨੂੰ, ਸਾਡੇ ਦੁਨਿਆਵੀ ਹਾਲਾਤਾਂ ਨੂੰ ਲੈ ਕੇ ਉਹ ਉਹਨਾਂ ਦੇ ਵਿੱਚ ਪਾਉਂਦਾ। ਜਿਹੜਾ ਸਾਡਾ ਧਿਆਨ ਇਹਨਾਂ ਹਾਲਾਤਾਂ ਵੱਲ ਫਸ ਜਾਵੇ, ਜਿਹੜਾ ਪ੍ਰਭੂ ਦੇ ਨਾਲ ਸਾਡਾ ਰਿਸ਼ਤਾ ਹੈ ਉਹ ਟੁੱਟ ਜਾਏ। ਬਸ ਇਹੋ ਹੀ ਉਹਦਾ ਇੱਕੋ ਹੀ ਉਸ ਦਾ ਮੰਤਵ ਆ, ਉਸ ਨੂੰ ਹੋਰ ਕੋਈ ਨਹੀਂ, ਬਾਕੀ ਉਹ ਸਾਰੀਆਂ ਚੀਜ਼ਾਂ ਨੂੰ ਯੂਜ਼ ਕਰਦਾ। ਔਰ ਜਿਸ ਵੇਲੇ ਅਸੀਂ ਆਪਣੀ ਆਤਮਾ ਦੇ ਰਿਸ਼ਤੇ ਨੂੰ ਲੈ ਕੇ ਇਹ ਸੋਚਣ ਲੱਗ ਪੈਂਦੇ ਹਾਂ ਕਿ ਜੀ ਬਸ ਹੁਣ ਆਹ ਜਿਹੜੀਆਂ ਦੁਨਿਆਵੀ ਚੀਜ਼ਾਂ ਸਾਰੀਆਂ ਠੀਕ ਹੋਣੀਆਂ ਚਾਹੀਦੀਆਂ, ਕਿਉਂਕਿ ਸਾਡਾ ਆਤਮਾ ਦਾ ਰਿਸ਼ਤਾ ਠੀਕ ਆ, ਆਹ ਸਾਰੀਆਂ ਠੀਕ ਹੋਣੀਆਂ ਚਾਹੀਦੀਆਂ, ਉਸ ਨੂੰ ਹੋਰ ਵੀ ਮੌਕਾ ਮਿਲ ਜਾਂਦਾ, ਕਿਉਂਕਿ ਮੇਰਾ ਧਿਆਨ ਤਾਂ ਆਲਰੇਡੀ ਇਹਨਾਂ ਤੇ ਲੱਗ ਗਿਆ। ਲੇਕਿਨ ਜਿਹੜਾ ਬੰਦਾ ਆਪਣਾ ਧਿਆਨ ਪ੍ਰਭੂ ਦੇ ਵੱਲ ਲਾ ਕੇ ਰੱਖਦਾ, ਔਰ ਇਹਨਾਂ ਚੀਜ਼ਾਂ ਦੇ ਵਿੱਚ ਪਿਛਲੇ ਹਫ਼ਤਿਆਂ ਵਿੱਚ ਅਸੀਂ ਜੋਬ ਦੇ ਬਾਰੇ ਵੀ ਪੜ੍ਹਿਆ ਸੀਗਾ, ਜਿਹੜਾ ਕਹਿੰਦਾ ਕਿ ਪ੍ਰਭੂ ਨੇ ਦਿੱਤਾ, ਪ੍ਰਭੂ ਨੇ ਲੈ ਲਿਆ, ਉਹਦਾ ਨਾਮ ਮੁਬਾਰਕ ਹੋਏ, ਤੇਰਾ ਨਾਮ ਮੁਬਾਰਕ ਹੋਏ। ਜਿਹੜਾ ਮੇਰਾ ਰਿਸ਼ਤਾ ਤੇਰੇ ਨਾਲ ਆ ਪ੍ਰਭੂ, ਉਹ ਬਸ ਉਹ ਮੇਰਾ ਬਣਿਆ ਰਵੇ, ਉਹੀ ਮਨੁੱਖ ਬਚਿਆ ਰਹਿੰਦਾ। ਸੋ ਸਭ ਤੋਂ ਪਹਿਲਾਂ ਉਹ ਇਹ ਕਹਿੰਦਾ ਇਸ ਲਈ ਸਾਵਧਾਨ ਰਹੋ, ਸੱਤ ਦਾ ਕਮਰਬੰਦ, ਧਾਰਮਿਕਤਾ ਦਾ ਸੰਜੋਆ ਪਹਿਨ ਲਓ। ਜਿੰਨੇ ਵੀ ਇਹ ਹਥਿਆਰ ਸਾਨੂੰ ਦਿੱਤੇ ਗਏ ਸਾਰੇ ਸਵਰਗੀ ਆ। ਸੱਤ ਦਾ ਕਮਰਬੰਦ ਔਰ ਧਾਰਮਿਕਤਾ ਦਾ ਸੰਜੋਆ। ਧਾਰਮਿਕਤਾ ਦੁਨੀਆ ਦੀ ਧਾਰਮਿਕਤਾ ਨਹੀਂ, ਇਹ ਪਖੰਡਵਾਦ ਨਹੀਂ ਜੋ ਦੁਨੀਆ ਦੇ ਵਿੱਚ ਹੋ ਰਿਹਾ, ਇਹਦੀ ਗੱਲ ਨਹੀਂ ਉਹ ਕਰਦਾ ਪਿਆ। ਧਾਰਮਿਕਤਾ ਦਾ ਸੰਜੋਆ ਉਹ ਆ ਜਿਹੜਾ ਕਿ ਅੱਜ ਪ੍ਰਭੂ ਦੇ ਵਚਨ ਦੇ ਵਿੱਚ ਜਿਸ ਵੇਲੇ 32ਵਾਂ ਜ਼ਬੂਰ ਪੜ੍ਹਿਆ ਗਿਆ, ਜਿਹੜਾ ਕਿ ਉਸ ਦੇ ਵਿੱਚ ਇਹ ਲਿਖਿਆ ਕਿ ਜਦ ਤੱਕ ਮੈਂ ਆਪਣਾ ਪਾਪ ਤੇਰੇ ਅੱਗੇ ਨਹੀਂ ਮੰਨਿਆ ਤੇ ਮੇਰੇ ਹੱਡ ਕਰਾਉਣ ਲੱਗੇ। ਆਪਣੇ ਪਾਪ ਨੂੰ ਅੰਦਰੋਂ ਦੇਖਣਾ, ਆਪਣੇ ਆਪ ਨੂੰ ਦੇਖਣਾ ਕਿ ਮੈਂ ਕਿੱਥੇ ਬੈਠਾ ਹਾਂ, ਆਪਣੇ ਆਪ ਨੂੰ ਦੇਖਣਾ, ਦੁਨੀਆ ਨੂੰ ਨਹੀਂ ਦੇਖਣਾ ਕਿ ਉਹ ਕਿੰਨਾ ਪਾਪ ਕਰਦਾ ਪਿਆ। ਕਿਸੇ ਨੂੰ ਮੈਂ ਨਹੀਂ ਬਦਲ ਸਕਦਾ ਸਿਵਾਏ ਪ੍ਰਭੂ ਤੋਂ, ਹੋਰ ਕੋਈ ਕਿਸੇ ਨੂੰ ਨਹੀਂ ਬਦਲ ਸਕਦਾ। ਲੇਕਿਨ ਜਿਸ ਵੇਲੇ ਮੈਂ ਆਪਣੀ ਹਾਲ ਔਰ ਆਪਣਾ ਹਾਲਾਤ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਲੈ ਕੇ ਜਾਣਾ ਕਿ ਪ੍ਰਭੂ ਦੇਖ ਮੇਰੀ ਸੋਚ ਕਿੰਨੀ ਗੰਦੀ ਆ, ਦੇਖ ਮੇਰਾ ਕਰਮ ਕਿੰਨਾ ਗੰਦਾ, ਦੇਖ ਮੈਂ ਕੀ ਕੀਤਾ, ਜਿਸ ਵੇਲੇ ਉਸ ਨੂੰ ਮੈਂ ਪ੍ਰਭੂ ਦੀ ਹਜ਼ੂਰੀ 'ਚ ਲੈ ਕੇ ਜਾਣਾ, ਉਹ ਸੱਚੀ ਧਾਰਮਿਕਤਾ ਆ। ਚਿੱਟੇ ਕੱਪੜੇ ਪਾ ਲੈਣ ਦੇ ਨਾਲ, ਪੀਲੇ ਕੱਪੜੇ ਪਾ ਲੈਣ ਦੇ ਨਾਲ, ਨੀਲੇ ਕੱਪੜੇ ਪਾ ਲੈਣ ਦੇ ਨਾਲ, ਹਰੇ ਕੱਪੜੇ ਪਾ ਲੈਣ ਦੇ ਨਾਲ ਧਾਰਮਿਕਤਾ ਨਹੀਂ ਇਨਸਾਨ ਦੇ ਅੰਦਰ ਆਉਂਦੀ। ਬਾਹਰਲਾ ਜੋ ਮਰਜ਼ੀ ਇੱਥੇ ਬਦਲੀ ਜਾਓ,
ਇਹ 'ਚ ਧਾਰਮਿਕਤਾ ਨਹੀਂ ਆਉਂਦੀ। ਧਾਰਮਿਕਤਾ ਇਨਸਾਨ ਦੀ ਉਸ ਵੇਲੇ ਵੱਧਦੀ ਜਿਸਲੇ ਉਹਦਾ ਅੰਦਰ ਆਪਣਾ ਅੰਦਰ ਉਹ ਪ੍ਰਭੂ ਦੇ ਸਾਹਮਣੇ ਰੱਖਣ ਲੱਗ ਪੈਂਦਾ ਕਿ ਇਨ ਰਿਐਲਿਟੀ ਦਿਸ ਇਜ਼ ਮੀ, ਆ ਮੈਂ ਪ੍ਰਭੂ ਜੀ। ਕਿਸੇ ਨੂੰ ਦੱਸੋਗੇ ਉਹ ਹੱਸੇਗਾ, ਯੂਜ਼ ਕਰੇਗਾ, ਉਸ ਵੇਲੇ ਸੁਣ ਲਏਗਾ, ਆਉਣ ਵਾਲੇ ਸਮੇਂ 'ਚ ਉਸ ਚੀਜ਼ ਨੂੰ ਯੂਜ਼ ਕਰੇਗਾ ਕਿ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ। ਪਰ ਜੇ ਪ੍ਰਭੂ ਨੂੰ ਦੱਸੋਗੇ ਤਾਂ ਉਹ ਬਦਲੇਗਾ, ਉਹ ਉਸ ਦੇ ਉੱਤੇ ਆਪਣਾ ਹਥਿਆਰ ਪਾਏਗਾ, ਉਸ ਦੇ ਉੱਤੇ ਆਪਣਾ ਕੱਪੜਾ ਪਾਏਗਾ, ਉਹ ਉਸ ਨੂੰ ਆਪਣੀ ਧਾਰਮਿਕਤਾ ਦੇ ਨਾਲ ਲੁਕੋਏਗਾ। ਇਸ ਕਰਕੇ ਉਹ ਕਹਿ ਰਿਹਾ ਕਿ ਪ੍ਰਭੂ ਮਸੀਹ ਜੋ ਸੱਚ ਆ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਓ, ਉਸ ਸੱਚ ਦੀ ਰੋਸ਼ਨੀ ਦੇ ਵਿੱਚ ਆਪਣੇ ਅੰਦਰ ਨੂੰ ਦੇਖੋ ਔਰ ਦੇਖੋ ਮੇਰੇ ਅੰਦਰ ਕਿੰਨੀ ਧਾਰਮਿਕਤਾ ਹੈ। ਜੋ ਮੇਰੇ ਅੰਦਰ ਅਧਰਮ ਆ ਉਸ ਨੂੰ ਪ੍ਰਭੂ ਦੇ ਚਰਨਾਂ ਦੇ ਵਿੱਚ ਰੱਖੋ, ਉਹ ਬਦਲੇਗਾ। ਧਾਰਮਿਕਤਾ ਦਾ ਸੰਜੋਆ ਪਹਿਨ ਲਓ, ਪੈਰੀਂ ਸ਼ਾਂਤੀ ਦੇ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਅਤੇ ਵਿਸ਼ਵਾਸ ਦੀ ਢਾਲ ਨੂੰ ਹਰ ਸਮੇਂ ਪਹਿਨੀ ਰੱਖੋ। ਇਸ ਦੇ ਦੁਆਰਾ ਤੁਸੀਂ ਸ਼ੈਤਾਨ ਦੇ ਅਗਨੀ ਬਾਣਾਂ ਨੂੰ ਬੁਝਾਓਗੇ। 2 ਅਗਨੀ ਬਾਣ ਅਸੀਂ ਉਸ ਦੇ ਆਲਰੇਡੀ ਦੇਖ ਚੁੱਕੇ ਹਾਂ ਕਿ ਜਿਸ ਵੇਲੇ ਮੈਂ ਆਪਣੇ ਵਿਸ਼ਵਾਸ ਤੋਂ ਨਾ ਡੋਲਿਆ, ਬੇਸ਼ੱਕ ਮੈਂ ਕਿਹਾ ਮੈਂ ਬਹੁਤ ਦੁੱਖ ਦੇ ਵਿੱਚ ਹਾਂ। ਸੋ ਸਭ ਤੋਂ ਪਹਿਲਾਂ ਮੇਰਾ ਅੰਦਰ ਕਹਿ ਰਿਹਾ ਕਿ ਤੂੰ ਦੁੱਖ ਦੇ ਵਿੱਚ ਬੈਠਾ, ਉਸ ਤੋਂ ਬਾਅਦ ਦੂਸਰੇ ਕਹਿ ਰਹੇ ਆ ਕਿ ਤੂੰ ਦੁੱਖ ਦੇ ਵਿੱਚ ਬੈਠਾ ਆ। ਚੰਗਾ ਤੂੰ ਪ੍ਰਭੂ ਦੇ ਪਿੱਛੇ ਚੱਲਿਆ, ਦੇਖ ਤੇਰੀ ਹਾਲਤ ਕੀ ਬਣੀ ਆ। ਇਹ ਆ ਅਗਨੀ ਬਾਣ ਉਸ 'ਤੇ ਸ਼ੈਤਾਨ ਦੇ। ਕਹਿੰਦਾ ਉੱਥੇ ਤੁਹਾਡੀ ਵਿਸ਼ਵਾਸ ਦੀ ਢਾਲ ਆ, ਆਪਣੀ ਵਿਸ਼ਵਾਸ ਦੀ ਢਾਲ ਨੂੰ ਉਸ ਦੇ ਮੋਹਰੇ ਕਰਕੇ ਰੱਖੋ ਕਿ ਨਹੀਂ, ਮੈਂ ਜਿਸ ਤਰ੍ਹਾਂ ਅਸੀਂ ਅਯੂਬ ਦੀ ਕਿਤਾਬ ਦੇ ਵਿੱਚ ਦੇਖਦੇ ਹਾਂ, ਵਿਚਾਰੇ ਦਾ ਸਾਰੇ ਬੱਚੇ ਉਸ ਦੇ ਚਲੇ ਗਏ ਆ, ਬੱਚੇ ਉਸ ਦੇ ਮਰ ਗਏ ਆ, ਉਸਦੀ ਜਾਇਦਾਦ ਚਲੀ ਗਈ ਆ, ਉਸ ਦੇ ਊਂਠ, ਉਸ ਦੇ ਘੋੜੇ, ਜੋ ਕੁਛ ਵੀ ਉਸ ਬੰਦੇ ਦੇ ਕੋਲ ਆ ਸਭ ਕੁਛ ਚਲਾ ਗਿਆ। ਔਰ ਉਸ ਦੇ 3 ਮਿੱਤਰ ਆ ਜਿਨ੍ਹਾਂ ਨੂੰ ਉਸਨੇ ਆਪਣੇ ਹੱਥਾਂ ਦੇ ਨਾਲ ਬਣਾਇਆ। ਜਿਵੇਂ ਤੁਸੀਂ ਗਿਲਗਮੇਸ਼ ਦੀ ਜਿਹੜੀ ਕਿਤਾਬ ਆ ਉਸ ਨੂੰ ਪੜ੍ਹਦੇ ਆ ਤਾਂ ਉੱਥੇ ਇਹ ਪਤਾ ਲੱਗਦਾ ਕਿ ਅਯੂਬ ਜਿਹੜਾ ਹੋਇਆ ਇਹ ਅਬਰਾਹਮ ਦੇ ਸਮੇਂ ਦੇ ਵਿੱਚ ਹੋਇਆ। ਅਸਲ ਦੇ ਵਿੱਚ ਜਿਹੜਾ ਅਯੂਬ ਦੀ ਕਿਤਾਬ ਤਾਂ ਬੇਸ਼ੱਕ ਪਿੱਛੇ ਆਉਂਦੀ ਆ, ਲੇਕਿਨ ਸਮੇਂ ਦੇ ਅਨੁਸਾਰ ਇਹ ਕਿਤਾਬ ਜਿਸ ਵੇਲੇ ਅਸੀਂ 12ਵਾਂ 13ਵਾਂ 14ਵਾਂ ਚੈਪਟਰ ਉਤਪਤ ਦਾ ਪੜ੍ਹਦੇ ਇਹ ਉਹ ਕਿਤਾਬ ਉੱਥੇ ਫਿੱਟ ਹੁੰਦੀ ਕਿਉਂਕਿ ਉਸ ਸਮੇਂ ਦੇ ਵਿੱਚ ਇਹ ਹੋਇਆ। ਅਯੂਬ ਉਸ ਸਮੇਂ ਦੇ ਵਿੱਚ ਹੋਇਆ ਔਰ ਉਹਨਾਂ 3 ਮਿੱਤਰਾਂ ਨੂੰ ਆਪਣਿਆਂ ਹੱਥਾਂ ਦੇ ਨਾਲ ਉਸਨੇ ਬਣਾਇਆ ਜੋ ਸੀਗੇ। ਰੂੜੀ ਤੋਂ ਚੁੱਕ ਕੇ ਉਹਨਾਂ ਨੂੰ ਬਣਾਇਆ ਉਸਨੇ ਔਰ ਉਹਨੂੰ ਆ ਕੇ ਕਹਿ ਰਿਹਾ ਤੂੰ ਕੋਈ ਪਾਪ ਕੀਤਾ ਹੋਣਾ, ਤੇਰੇ ਅੰਦਰ ਕੋਈ ਪਾਪ ਆ, ਤੂੰ ਕਿਤੇ ਨਾ ਕਿਤੇ ਪ੍ਰਭੂ ਦੇ ਖਿਲਾਫ ਕੁਛ ਕੰਮ ਕੀਤਾ ਹੋਣਾ ਤਾਂ ਤੇਰੀ ਇਹ ਹਾਲਤ ਹੋਈ ਹੈ। ਕਦੀ ਧਰਮੀ ਬੰਦੇ ਦੀ ਵੀ ਇਹ ਹਾਲਤ ਹੋ ਸਕਦੀ ਹੈ। ਇੱਦਾਂ ਦੇ ਆ ਕੇ ਉਸ ਦੇ ਨਾਲ ਸਵਾਲ ਕਰਦੇ ਪਏ ਆ। ਲੇਕਿਨ ਜਿਸ ਵੇਲੇ ਅਸੀਂ 15ਵਾਂ ਚੈਪਟਰ ਪੜ੍ਹਦੇ ਹਾਂ ਤਾਂ ਕਹਿੰਦਾ I know that my Redeemer lives। ਮੈਂ ਜਾਣਦਾ, ਰਿਡੀਮ ਕਰਨ ਵਾਲਾ ਹੁੰਦਾ ਕਿ ਜਿਸ ਨੇ ਮੈਨੂੰ ਬਚਾਉਣਾ, ਮੈਂ ਜਾਣਦਾ ਮੇਰਾ ਬਚਾਉਣ ਵਾਲਾ ਜਿਉਂਦਾ ਔਰ ਅੰਤ ਦੇ ਵਿੱਚ ਉਹ ਆਪਣਾ ਚਿਹਰਾ ਮੈਨੂੰ ਦਿਖਾਏਗਾ। ਇਹ ਵਿਸ਼ਵਾਸ ਆ। ਕਿਹੜੀ ਹਾਲਤ ਵਿੱਚ? ਫੋੜਿਆਂ ਦੇ ਨਾਲ ਉਸ ਦਾ ਸਿਰ ਭਰਿਆ ਹੈ, ਫੋੜਿਆਂ ਦੇ ਨਾਲ ਉਸ ਦੀਆਂ ਤਲੀਆਂ ਭਰੀਆਂ ਆ। ਉਸ ਦੀ ਆਪਣੀ ਵਾਈਫ ਉਸ ਨੂੰ ਕਹਿ ਰਹੀ ਆ ਕਿ ਤੂੰ ਕੀ ਪ੍ਰਭੂ 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 ਲਾਈ ਆ, ਜਾ ਉਹਦੇ ਨਾਂ ਨੂੰ ਲਾਨਤ ਪਾ ਤੇ ਮਰ ਜਾ। ਉਹਨੂੰ ਸੁਸਾਈਡ ਕਰਨ ਦੇ ਲਈ ਕਹਿ ਰਹੀ ਆ, ਮਰ ਜਾ। ਲੇਕਿਨ ਉਸ ਹਾਲਤ ਦੇ ਵਿੱਚ ਉਹ ਕਹਿ ਰਿਹਾ ਮੈਂ ਜਾਣਦਾ ਮੇਰਾ ਮੁਕਤੀ ਦਾਤਾ ਜਿਉਂਦਾ। ਸੋ ਉਹਦੀ ਵਿਸ਼ਵਾਸ ਦੀ ਢਾਲ ਆ ਜਿਹੜੀ ਉਸਨੇ ਫੜੀ ਹੋਆ, ਆਪਣੇ ਭਰੋਸੇ ਦੀ ਢਾਲ ਉਹਨੇ ਫੜੀ ਹੋ ਕਿ ਮੇਰਾ ਬਚਾਉਣ ਵਾਲਾ ਜਿਉਂਦਾ, ਮੇਰਾ ਮਸੀਹਾ ਜਿਉਂਦਾ, ਮੈਂ ਜਾਣਦਾ ਔਰ ਮੇਰੀ ਖਬਰ, ਮੇਰੀ ਸਾਰ ਜ਼ਰੂਰ ਲਏਗਾ। ਔਰ ਕਹਿੰਦਾ ਇਸੇ ਤਰ੍ਹਾਂ ਤੁਸੀਂ ਉਸ ਦੇ ਅਗਨੀ ਬਾਣਾਂ ਨੂੰ ਬੁਝਾ ਸਕੋਗੇ। ਵਿਸ਼ਵਾਸ ਦੀ ਢਾਲ ਇਸ ਤਰ੍ਹਾਂ ਮੁਕਤੀ ਦੇ ਦਾਨ ਨੂੰ, ਆਪਣਾ ਲੋਹ ਟੋਪ ਅਤੇ ਆਤਮਾ ਦੀ ਤਲਵਾਰ ਦੇ ਰੂਪ ਵਿੱਚ ਅਰਥਾਤ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ ਲੈ ਲਵੋ। ਪ੍ਰਭੂ ਦਾ ਵਚਨ ਇਜ਼ ਵੈਰੀ ਇੰਪੋਰਟੈਂਟ। ਇਹ ਬਹੁਤ ਜ਼ਿਆਦਾ ਸਾਡੇ ਲਈ ਮਹੱਤਵਪੂਰਨ ਆ ਕਿ ਪ੍ਰਭੂ ਦਾ ਵਚਨ। ਲੇਕਿਨ ਇਸ ਤੋਂ ਪਹਿਲਾਂ ਉਹ ਇਹ ਚੀਜ਼ ਕਹਿ ਰਿਹਾ ਕਿ ਮੁਕਤੀ ਦੇ ਦਾਨ ਨੂੰ ਜੋ ਪ੍ਰਭੂ ਨੇ, ਸੈਲਵੇਸ਼ਨ ਆਫ ਦ ਲੋਰਡ, ਜਿਹੜੀ ਮੁਕਤੀ ਦੇ ਲਈ ਲੋਕ ਤੜਫਦੇ ਫਿਰਦੇ ਆ। ਅੱਜ ਵੀ ਤੁਸੀਂ ਜਾ ਕੇ ਮਿਲੋਗੇ ਲੋਕਾਂ ਨੂੰ ਜਿਹੜੇ ਅਰਬਾਂ ਦੀਆਂ ਜਾਇਦਾਦਾਂ ਦਾਨ ਕਰਕੇ
ਗੰਗਾ ਦੇ ਕਿਨਾਰੇ ਜਾ ਕੇ ਬੈਠੇ ਹੋ, ਕਿਸੇ ਤਰ੍ਹਾਂ ਮੁਕਤੀ ਮਿਲ ਜਾਏ, ਕਿਸ ਤਰ੍ਹਾਂ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਛੁੱਟ ਜਾਈਏ, ਕਿਸ ਤਰ੍ਹਾਂ ਸਾਡਾ ਬਸ ਛੁਟਕਾਰਾ ਹੋ ਜਾਵੇ, ਕਿਸ ਤਰ੍ਹਾਂ ਪ੍ਰਭੂ ਦੇ ਵਿੱਚ ਇੱਕਮਿਕ ਹੋ ਜਾਈਏ, ਇਹ ਜ਼ਿੰਦਗੀ ਦਾ ਜਿਹੜਾ ਚੱਕਰ ਹੈ ਖਤਮ ਹੋ ਜਾਵੇ। ਦਾਨ ਕਰ ਦਿੱਤਾ, ਸਰਵੰਸ ਦਾਨ ਕਰ ਦਿੱਤਾ ਕਈਆਂ ਨੇ, ਲੇਕਿਨ ਜਿਸ ਲਈ ਉਹਨਾਂ ਨੂੰ ਜਾ ਕੇ ਪੁੱਛੋ ਵੀ ਤੈਨੂੰ ਕੁਛ ਮਿਲਿਆ, ਜਿਹੜੇ ਸੱਚਮੁੱਚ ਆਨੈਸਟ ਬੰਦੇ ਆ ਨਾ, ਉਹ ਤੁਹਾਨੂੰ ਕਹਿਣਗੇ ਕਿ ਨਹੀਂ, ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਲੇਕਿਨ ਪ੍ਰਭੂ ਯਿਸੂ ਦੇ ਵਿੱਚ ਸਾਨੂੰ ਉਹ ਮੁਕਤੀ ਮਿਲੀ ਆ। ਉਹ ਆਇਆ ਹੀ ਇੱਕ ਕੰਮ ਦੇ ਲਈ ਆ, ਉਹ ਸਿਰਫ ਇਸੇ ਹੀ ਕੰਮ ਦੇ ਲਈ ਆਇਆ, ਜਿਸ ਲਈ ਅਸੀਂ ਪ੍ਰਭੂ ਦਾ ਵਚਨ ਬਾਰ-ਬਾਰ ਪੜ੍ਹਦੇ ਤਾਂ ਉਹ ਤੁਹਾਨੂੰ ਪਤਾ ਲੱਗੇਗਾ। ਤੁਸੀਂ ਜਿਸ ਲਈ ਤੁਸੀਂ ਮੱਤੀ ਤੋਂ ਲੈ ਕੇ ਯਹੂਨਾ ਦੇ ਤੱਕ ਅਖੀਰ ਤੱਕ ਪੜ੍ਹੋਗੇ ਤਾਂ ਪ੍ਰਭੂ ਯਿਸੂ ਮਸੀਹ ਜਿਸ ਵੇਲੇ ਵੀ ਉਸਨੇ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਉਹਨੇ ਇੱਕੋ ਹੀ ਦੱਸਿਆ ਕਿ ਮੈਂ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ, ਪਾਪੀਆਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਦੇਣ ਦੇ ਲਈ ਆਇਆ, ਮੈਂ ਕੀਮਤ ਦੇਣ ਦੇ ਲਈ ਆਇਆ। ਜੋ ਮੇਰੇ ਤੇ ਵਿਸ਼ਵਾਸ ਕਰੇਗਾ ਉਹ ਸਦਾ ਦੀ ਜ਼ਿੰਦਗੀ ਪਾਏਗਾ। ਦੈਟਸ ਸੈਲਵੇਸ਼ਨ। ਮੈਂ ਤੈਨੂੰ ਉਸ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰਨ ਦੇ ਲਈ ਆਇਆ, ਮੈਂ ਤੈਨੂੰ ਛੁਟਕਾਰਾ ਦੇਣ ਦੇ ਲਈ ਆਇਆ, ਮੈਂ ਤੈਨੂੰ ਸਦਾ ਦੀ ਜ਼ਿੰਦਗੀ ਦੇਣ ਦੇ ਲਈ ਆਇਆ। ਦੈਟਸ ਸੈਲਵੇਸ਼ਨ। ਕਿਸੇ ਨੇ ਨਹੀਂ ਦਿੱਤੀ, ਕਿਸੇ ਨੇ ਨਹੀਂ ਦਿੱਤੀ। ਲੱਭ ਕੇ ਦੇਖ ਲਓ, ਸਭ ਰੋਂਦੇ ਚਲੇ ਗਏ, ਸਭ ਰੋਂਦੇ ਚਲੇ ਗਏ। ਪ੍ਰਭੂ ਯਿਸੂ ਉਹ ਸੈਲਵੇਸ਼ਨ ਇਸੇ ਕਰਕੇ ਉਹ ਪਾਪੀ ਦੇ ਲਈ ਆਇਆ ਸੀ। ਪ੍ਰਭੂ ਦਾ ਵਚਨ ਕਹਿੰਦਾ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਸਾਡੇ ਲਈ ਮੋਇਆ, ਉਸ ਵੇਲੇ ਉਹ ਸਾਡੇ ਲਈ ਮਰਿਆ। ਉਹ ਪਾਪੀ ਦੇ ਲਈ ਆਇਆ, ਉਸਨੇ ਪਾਪ ਨੂੰ ਸਜ਼ਾ ਦੇਣ ਦੇ ਲਈ ਆਇਆ ਕਿ ਸਾਨੂੰ ਮੁਕਤੀ ਮਿਲੇ, ਸਾਨੂੰ ਮੁਕਤੀ ਮਿਲੇ। ਪ੍ਰਭੂ ਦੇ ਆਉਣ ਦਾ ਇੱਕੋ ਹੀ ਪਰਪਸ ਸੀਗਾ। ਸੋ ਉਸ ਮੁਕਤੀ ਨੂੰ ਆਪਣਾ ਲੋਹ ਟੋਪ ਬਣਾ ਕੇ ਰੱਖੋ, ਆਪਣੀਆਂ ਸੋਚਾਂ ਨੂੰ ਉਸ ਮੁਕਤੀ ਦੀ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਸੋਚ ਆ, ਜਿਹੜਾ ਲੋਹ ਟੋਪ ਉਸਨੇ ਸਾਨੂੰ ਦਿੱਤਾ, ਇੱਥੇ ਪਾਉਣ ਦੇ ਲਈ ਦਿੱਤਾ। ਕਹਿੰਦਾ ਕਿ ਜਿਹੜੀਆਂ ਅਗਰ ਸਾਡਾ ਧਿਆਨ ਉਸ ਮੁਕਤੀ ਦੇ ਆਲੇ ਦੁਆਲੇ ਘੁੰਮਦਾ ਰਹੇਗਾ ਤੇ ਬਾਕੀ ਦੀਆਂ ਚੀਜ਼ਾਂ ਤੋਂ ਪ੍ਰਭੂ ਸਾਨੂੰ ਛੁਟਕਾਰਾ ਦੇ ਕੇ ਰੱਖੇਗਾ, ਬਾਕੀ ਦੀਆਂ ਚੀਜ਼ਾਂ ਤੋਂ ਸਾਨੂੰ ਉਹ ਮੁਕਤੀ ਦੇ ਕੇ ਰੱਖੇਗਾ। ਮੁਕਤੀ ਦੇ ਲਈ ਹਮੇਸ਼ਾ ਸ਼ੁਕਰਗੁਜ਼ਾਰੀ ਕਰਦੇ ਰਹੋ। ਤੁਹਾਨੂੰ ਜ਼ਬੂਰਾਂ ਤੋਂ ਬਾਅਦ ਜ਼ਬੂਰ ਮਿਲਣਗੇ ਜਿੱਥੇ ਅਖੀਰ ਦੇ ਵਿੱਚ ਇਹ ਜ਼ਰੂਰ ਲਿਖਿਆ ਕਿ ਮੈਂ ਪ੍ਰਭੂ ਦੀ ਦਿੱਤੀ ਹੋਈ ਮੁਕਤੀ ਦੇ ਵਿੱਚ ਖੁਸ਼ ਰਹਾਂਗਾ, ਮੈਂ ਉਸ ਦੇ ਲਈ ਨਾਅਰੇ ਮਾਰਾਂਗਾ। ਇਸੇ ਕਰਕੇ ਉਹ ਕਹਿ ਰਿਹਾ ਮੁਕਤੀ ਦਾ ਆਪਣਾ ਜਿਹੜਾ ਤੁਹਾਡਾ ਜਿਹੜੀਆਂ ਸੋਚਾਂ ਆ ਉਸ ਦੇ ਉੱਤੇ ਆਪਣੇ ਉਸ ਦੀ ਮੁਕਤੀ ਦਾ ਲੋਹ ਟੋਪ ਤੇ ਆਤਮਾ ਦੀ ਤਲਵਾਰ ਦੇ ਰੂਪ ਦੇ ਵਿੱਚ ਉਸ ਆਤਮਾ ਨੂੰ ਜੋ ਪਰਮੇਸ਼ਰ ਦਾ ਵਚਨ ਹੈ ਲੈ ਲਵੋ। ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ, ਪਰਮੇਸ਼ਰ ਤੋਂ ਮਦਦ ਮੰਗਦੇ ਰਹੋ, ਪਰਮੇਸ਼ਰ ਦੇ ਲੋਕਾਂ ਦੇ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਨੈਵਰ ਕਿਸੇ ਨੂੰ ਸਲਾਹ ਨਾ ਉਨੀ ਦੇਰ ਤੱਕ ਨਾ ਦਿਓ ਜਿੰਨੀ ਦੇਰ ਤੱਕ ਤੁਸੀਂ ਉਸ ਬੰਦੇ ਲਈ ਦੁਆ ਨਹੀਂ ਕਰਦੇ ਪਏ। ਜਿਸ ਬੰਦੇ ਦੇ ਲਈ ਤੁਸੀਂ ਦੁਆ ਨਹੀਂ ਕਰਦੇ ਪਏ ਉਹਨੂੰ ਕਦੀ ਸਲਾਹ ਨਾ ਦਿਓ। ਤੁਹਾਡੀ ਸਲਾਹ ਕਦੀ ਨਹੀਂ ਉਸ ਦੇ ਕੰਮ ਆਏਗੀ। ਮੇਰੀ ਸਲਾਹ ਕਦੀ ਕਿਸੇ ਦੇ ਕੰਮ ਨਹੀਂ ਆਈ ਜਿੰਨੀ ਦੇਰ ਤੱਕ ਮੈਂ ਉਸ ਬੰਦੇ ਲਈ ਦੁਆ ਨਹੀਂ ਕਰ ਰਿਹਾ। ਪ੍ਰੇ ਫਸਟ, ਕਿਉਂਕਿ ਜੋ ਬੁੱਧ ਉੱਪਰੋਂ ਆਉਣੀ ਆ ਨਾ ਉਹ ਪਵਿੱਤਰ ਹੋਣੀ ਆ। ਜਿਹੜੀ ਦੁਆ ਦੇ ਕਾਰਨ ਪ੍ਰਭੂ ਨੇ ਉਸ ਇਨਸਾਨ ਦੇ ਅੰਦਰ ਬੁੱਧ ਪਾ ਦੇਣੀ ਆ ਨਾ ਉਹ ਪਵਿੱਤਰ ਹੋਣੀ ਆ। ਉਹ ਪਵਿੱਤਰ ਬੁੱਧ ਨਹੀਂ ਕੰਮ ਕਰਨਾ। ਇਸ ਕਰਕੇ ਉਹ ਕਹਿ ਰਿਹਾ ਕਿ ਪ੍ਰਭੂ ਤੋਂ ਮਦਦ ਮੰਗਦੇ ਰਹੋ, ਪਰਮੇਸ਼ਰ ਦੇ ਲੋਕਾਂ ਦੇ ਲਈ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ। ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤ ਸਭ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ। ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ, ਔਰ ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਕਿ ਮੈਨੂੰ ਕਰਨਾ ਚਾਹੀਦਾ ਹੈ। ਸੋ ਪ੍ਰਭੂ ਦੇ ਲੋਕ, ਤੁਹਾਨੂੰ ਪਤਾ ਆ, ਤੁਸੀਂ ਪ੍ਰਭੂ ਦਾ ਵਚਨ ਸੁਣਦੇ ਆ, ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਸੁਣਦੇ ਆ, ਤਰ੍ਹਾਂ ਤਰ੍ਹਾਂ ਦੇ ਵਚਨ ਸੁਣਾਉਣ ਵਾਲਿਆਂ ਤੋਂ ਵਚਨ ਸੁਣਦੇ ਆ। ਜਿਹੜੇ ਪ੍ਰਭੂ ਦਾ ਵਚਨ ਤੁਸੀਂ ਜਿਨ੍ਹਾਂ ਦਾ ਕੋਲੋਂ ਪ੍ਰਭੂ ਦਾ ਵਚਨ ਸੁਣਦੇ ਆ ਉਹਨਾਂ ਦੇ ਲਈ ਪ੍ਰਾਰਥਨਾ ਕਰੋ, ਉਹਨਾਂ ਦੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਜੀ ਮੈਂ ਜਾ ਰਿਹਾ, ਤੂੰ ਮੇਰੀ ਜ਼ਰੂਰਤ ਨੂੰ ਜਾਣਦਾ, ਤੂੰ ਮੇਰੇ ਬੀਇੰਗ ਨੂੰ ਜਾਣਦਾ, ਤੂੰ ਮੇਰੇ ਇਨਸਾਨ ਨੂੰ ਜਾਣਦਾ। ਤੂੰ ਆਪਣੇ ਬੰਦੇ ਦੇ ਰਾਹੀਂ ਕੋਈ ਐਸਾ ਸ਼ਬਦ ਬੋਲੀ ਜਿਹੜਾ ਮੇਰੇ ਲਈ ਹੋਵੇ, ਜਿਹੜਾ ਮੇਰੇ ਲਈ ਹੋਵੇ। ਔਰ ਜਦ ਵੀ ਤੇਰਾ ਬੰਦਾ ਬਾਹਰ ਜਾਏ ਉਸਨੂੰ ਦਲੇਰੀ ਦੇਈਂ ਕਿ ਤੇਰਾ ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਸਕੇ, ਤੇਰਾ ਸ਼ਬਦ ਕਿਸੇ ਤੱਕ ਪਹੁੰਚਾ ਸਕੇ।
ਦਿਸ ਇਜ਼ ਇਟ। ਅਗਰ ਦੁਆ ਕਰਾਂਗੇ ਤਾਂ ਉਹ ਸੁਣਨ ਵਾਲਾ ਦੁਆ ਨੂੰ ਸੁਣੇਗਾ ਔਰ ਇਦਾਂ ਦੇ ਉਹ ਕੰਮ ਕਰੇਗਾ ਜਿਹੜੇ ਸਾਡੀ ਸਮਝ ਤੋਂ ਬਾਹਰ ਹੋਣਗੇ। ਇਸ ਕਰਕੇ ਉਹ ਕਹਿ ਰਿਹਾ, ਕਿਉਂਕਿ ਇਸੇ ਦਾ ਮੈਂ ਰਾਜਦੂਤ ਹਾਂ, ਬੇਸ਼ੱਕ ਇਸ ਸਮੇਂ ਮੈਂ ਕੈਦੀ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਉਸਨੇ ਜਿਹੜੇ ਭੈਣ ਭਰਾ ਉਸ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਆ ਉਹਨਾਂ ਦੇ ਲਈ ਨਮਸਕਾਰ ਭੱਲਿਆ। ਸਾਡਾ ਪਿਆਰਾ ਭਰਾ ਤੁਖਿਕੁਸ ਜੋ ਪ੍ਰਭੂ ਦਾ ਇੱਕ ਆਗਿਆਕਾਰੀ ਸੇਵਾਦਾਰ ਹੈ, ਤੁਹਾਨੂੰ ਸਭ ਕੁਝ ਦੱਸੇਗਾ ਕਿ ਤੁਸੀਂ ਜਾਣੋ ਕਿ ਮੈਂ ਕਿਸ ਤਰ੍ਹਾਂ ਹਾਂ ਅਤੇ ਕੀ ਕਰ ਰਿਹਾ ਹਾਂ। ਮੈਂ ਉਸ ਨੂੰ ਇਸੇ ਦੇ ਲਈ ਤੁਹਾਡੇ ਕੋਲ ਘੱਲ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਉਤਸ਼ਾਹ ਵੀ ਦੇਵੇ। ਪਰਮੇਸ਼ਵਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਸਭ ਭਰਾਵਾਂ ਨੂੰ ਸ਼ਾਂਤੀ, ਪਿਆਰ ਅਤੇ ਵਿਸ਼ਵਾਸ ਦਾ ਦਾਨ ਦੇਵੇ। ਤੁਸੀਂ ਜੋ ਪ੍ਰਭੂ ਨੂੰ ਅਟੁੱਟ ਪਿਆਰ ਕਰਦੇ ਹੋ, ਪਰਮੇਸ਼ਵਰ ਦੀ ਕਿਰਪਾ ਤੁਹਾਡੇ ਸਭ ਦੇ ਉੱਤੇ ਹੋਵੇ। ਕਿੰਨੇ ਪਿਆਰੇ ਢੰਗ ਦੇ ਨਾਲ ਇਸ ਪ੍ਰਭੂ ਦੇ ਵਚਨ ਨੂੰ ਉਹ ਸੰਪੂਰਨਤਾ ਤੱਕ ਲੈ ਕੇ ਗਿਆ। ਅਸੀਂ ਆਉਣ ਵਾਲੇ ਹਫ਼ਤੇ ਦੇ ਵਿੱਚ ਇਸ ਵਚਨ ਨੂੰ ਪੂਰੀ ਤਰ੍ਹਾਂ ਦੇਖਾਂਗੇ, ਇਸ ਪੁਸਤਕ ਨੂੰ ਕਨਕਲੂਡ ਕਰਾਂਗੇ। ਅਗਲੇ ਹਫ਼ਤੇ ਅਸੀਂ ਦੇਖਾਂਗੇ ਕਿ ਅਫਸੀਆਂ ਦੀ ਸੰਗਤ ਜੋ ਪ੍ਰਭੂ ਦੀ ਸੇਵਾ ਕਰ ਰਹੀ ਸੀ, ਉਸ ਨੂੰ ਸਿਰਫ ਸੰਤ ਪੌਲ ਨੇ ਹੀ ਨਹੀਂ ਖਤ ਲਿਖਿਆ, ਉਹਨਾਂ ਨੂੰ ਯਹੂਨਾ ਨੇ ਵੀ ਇੱਕ ਖਤ ਲਿਖਿਆ ਜਿਸ ਦਾ ਇੱਕ ਹਿੱਸਾ, ਛੋਟਾ ਜਿਹਾ ਹਿੱਸਾ ਅਸੀਂ ਰੈਵਲੇਸ਼ਨ ਦਾ ਦੇਖਾਂਗੇ। ਔਰ ਉਸ ਦੇ ਵਿੱਚੋਂ ਅਸੀਂ ਇਸ ਖਤ ਨੂੰ ਜੋ ਕੁਝ ਸਾਨੂੰ ਪ੍ਰਭੂ ਨੇ ਦਿੱਤਾ, ਸਾਡੀ ਜ਼ਿੰਦਗੀ ਲਈ ਦਿੱਤਾ, ਉਸ ਨੂੰ ਦੇਖਾਂਗੇ। ਲੇਕਿਨ ਇਸ ਅੱਜ ਦੇ ਹਿੱਸੇ ਤੋਂ ਅਗਰ ਪ੍ਰਭੂ ਨੇ ਮੈਨੂੰ ਕੁਝ ਸਿਖਾਇਆ ਤਾਂ ਉਸਨੇ ਮੈਨੂੰ ਇਹ ਇੱਕ ਚੀਜ਼ ਸਿਖਾਈ ਆ ਕਿ ਆਤਮਾ ਦੀ ਜੰਗ ਸ਼ਬਦਾਂ ਦੇ ਨਾਲ ਨਹੀਂ ਲੜੀ ਜਾ ਸਕਦੀ। ਆਤਮਾ ਦੀ ਜੰਗ ਸਲਾਹਾਂ ਦੇ ਨਾਲ ਨਹੀਂ ਲੜੀ ਜਾ ਸਕਦੀ। ਆਤਮਾ ਦੀ ਜੰਗ ਜੱਜਮੈਂਟ ਦੇ ਨਾਲ ਲੜੀ ਨਹੀਂ ਜਾ ਸਕਦੀ। ਤੁਸੀਂ ਜਿੰਨਾ ਮਰਜ਼ੀ ਕਿਸੇ ਨੂੰ ਜੱਜ ਕਰੀ ਜਾਓ, ਕਿਉਂਕਿ ਮੁਸੀਬਤ ਆਤਮਾ ਦੀ ਆ ਜਿਹੜੀ ਮਨ ਔਰ ਸਰੀਰ 'ਤੇ ਕੰਟਰੋਲ ਕਰਦੀ ਆ। ਜੰਗ ਆਤਮਾ ਦੀ ਆ। ਇਹ ਸਿਰਫ ਦੁਆ ਦੇ ਨਾਲ ਇਹ 'ਤੇ ਫਤਿਹ ਪਾਈ ਜਾ ਸਕਦੀ ਹੈ। ਆਤਮਾ ਦੀ ਜੰਗ ਦੇ ਉੱਤੇ ਸਿਰਫ ਦੁਆ ਦਾ ਸਾਨੂੰ ਇੱਕ ਹਿੱਸਾ ਦਿੱਤਾ ਗਿਆ ਕਿ ਦੁਆ ਕਰੋ ਔਰ ਦੇਖੋ ਫਿਰ ਪ੍ਰਭੂ ਕਿਸ ਤਰ੍ਹਾਂ ਦੇ ਕੰਮ ਕਰਦਾ। ਇਸ ਜੰਗ ਦੇ ਸਿਪਾਹੀ ਉੱਤੋਂ ਆਉਂਦੇ ਆ ਅਤੇ ਉਹ ਇਸ ਜੰਗ 'ਤੇ ਫਤਿਹ ਪਾਉਂਦੇ ਆ। ਮੇਰੇ ਭੈਣੋ ਤੇ ਭਰਾਓ, ਅਗਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਨਹੀਂ ਜਾਣਦੇ ਤਾਂ ਉਹ ਪ੍ਰਭੂ ਆ ਜਿਸ ਨੇ ਸਾਡੀ ਆਤਮਾ, ਸਾਡੇ ਸਰੀਰ ਔਰ ਸਾਡੇ ਮਨ ਤਿੰਨਾਂ ਦੇ ਲਈ ਕੁਛ ਨਾ ਕੁਛ ਦਿੱਤਾ। ਬਹੁਤ ਪਿਆਰ ਕਰਨ ਵਾਲਾ ਪ੍ਰਭੂ ਆ। ਇਨਸਾਨ ਦੀ ਸੰਭਾਲ ਉਹ ਹਰ ਇੱਕ ਪਹਿਲੂ ਤੋਂ ਕਰਦਾ ਔਰ ਉਸ ਨੂੰ ਬਚਾਉਂਦਾ, ਉਸ ਨੂੰ ਬਣਾਉਂਦਾ ਔਰ ਉਸ ਨੂੰ ਆਪਣੇ ਘਰ ਲੈ ਕੇ ਜਾਂਦਾ। ਉਸ ਪ੍ਰਭੂ ਦੀ ਅਸੀਂ ਗੱਲ ਕਰਦੇ ਪਏ ਹਾਂ ਜਿਸ ਨੇ ਇਹ ਪ੍ਰਭੂ ਦਾ ਵਚਨ ਸਾਡੇ ਤਾਈਂ ਪਹੁੰਚਾਇਆ। ਆਓ ਗੀਤ ਦੇ ਨਾਲ ਪ੍ਰਭੂ ਦੇ ਨਾਮ ਨੂੰ ਉੱਚਾ ਕਰਦੇ ਹਾਂ। ਪ੍ਰਭੂ ਜੀ, ਅੱਜ ਦੇ ਦਿਨ ਦੇ ਲਈ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ ਦੇ ਲਈ, ਤੇਰੀ ਕਿਰਪਾ ਦੇ ਲਈ, ਤੇਰੇ ਪਿਆਰ ਦੇ ਲਈ, ਤੇਰੀ ਮਹਾਨਤਾ ਦੇ ਲਈ। ਮੇਰੇ ਮਾਲਕ, ਅਸੀਂ ਇਹ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਆਪਣੀਆਂ ਬਰਕਤਾਂ ਦੇ ਨਾਲ ਤੂੰ ਸਾਨੂੰ ਭਰਿਆ, ਆਪਣੇ ਛੁਟਕਾਰੇ ਦੇ ਨਾਲ ਸਾਨੂੰ ਭਰਿਆ, ਪਰ ਤੂੰ ਸਾਨੂੰ ਆਪਣੇ ਬਚਾਅ ਦੇ ਨਾਲ ਵੀ ਭਰਿਆ। ਇਹ ਪਵਿੱਤਰ ਬਾਣਾ ਜੋ ਤੂੰ ਸਾਨੂੰ ਬਖਸ਼ਿਆ, ਪਰਮੇਸ਼ਵਰ ਦੇ ਹਥਿਆਰ ਜੋ ਤੂੰ ਸਾਨੂੰ ਬਖਸ਼ੇ ਆ ਪ੍ਰਭੂ ਜੀ, ਮੇਰੀ ਦੁਆ ਇਸ ਵੇਲੇ ਕਿ ਤੂੰ ਸਾਡੇ ਸਾਰਿਆਂ ਦੇ ਉੱਪਰ ਪਾ ਆਪਣਾ ਸੱਚ, ਆਪਣੀ ਧਾਰਮਿਕਤਾ, ਆਪਣਾ ਪਵਿੱਤਰ ਸ਼ਬਦ, ਆਪਣਾ ਵਿਸ਼ਵਾਸ ਔਰ ਉਸ ਵਿਸ਼ਵਾਸ ਦੇ ਲਈ ਅੱਗੇ ਜਾਣਾ। ਸਾਡੀਆਂ ਸੋਚਾਂ, ਸਾਡੇ ਹੱਥ, ਸਾਡਾ ਸਰੀਰ, ਸਾਡੇ ਪੈਰ, ਪ੍ਰਭੂ ਜੀ, ਇਸ ਨੂੰ ਸਭ ਨੂੰ ਪ੍ਰਭੂ ਜੀ ਤੂੰ ਆਪਣੇ ਬਾਣੇ ਦੇ ਵਿੱਚ ਛੁਪਾ ਕਿ ਤੇਰੇ ਲੋਕ ਤੇਰਾ ਬਾਣਾ ਪਾ ਕੇ ਅੱਗੇ ਜਾਣ। ਸਾਡੇ ਮੂੰਹ ਦੇ ਨੂੰ ਆਪਣੀ ਦੁਆ ਦੇ ਨਾਲ ਪ੍ਰਭੂ ਜੀ ਭਰ ਕੇ ਰੱਖ, ਨਾ ਕਿ ਕੱਟੀਆਂ ਹੋਈਆਂ ਗੱਲਾਂ ਦੇ ਨਾਲ, ਤਾਂ ਕਿ ਬਹੁਤੇ ਇਸ ਤੋਂ ਬਰਕਤ ਪਾਉਣ। ਹੁਣ ਜੋ ਸਾਨੂੰ ਡਿੱਗਣ ਤੋਂ ਬਚਾ ਸਕਦਾ, ਜਿਸ ਨੇ ਆਪਣੀ ਜਾਨ ਦੇ ਕੇ ਸਾਨੂੰ ਜਾਨ ਦਿੱਤੀ, ਉਹ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਚੱਲੇ
बुरे और बुराई तो सानू बचा के रखे, साडियां पैरां नूं अपने रस्ते ते चले, साडियां सोचां नूं अपनी मुक्ति दे विच छुपा के प्रभु जी तू चले। दुआ करदा प्रभु जी साडियां सोचां दे उत्ते तेरा हमेशा तेरा हथ बनिया रहे। ਅਸੀਂ ਆਪਣੇ ਆਪ ਨੂੰ ਪ੍ਰਭੂ ਜੀ ਤੇਰੇ ਪਵਿੱਤਰ ਨਾਮ ਦੇ ਵਿੱਚ ਛੁਪਾਉਂਦੇ ਹਾਂ। ਜਿਸ ਤਰ੍ਹਾਂ ਅਸੀਂ ਪ੍ਰਭੂ ਜੀ ਆਪਣੇ ਸ਼ਰੀਰਾਂ ਦੇ ਨਾਲ ਤੇਰੇ ਘਰ ਨੂੰ ਭਰਿਆ, ਇਸੇ ਤਰ੍ਹਾਂ ਹੀ ਹੁਣ ਤੂੰ ਆਪਣੀ ਪਵਿੱਤਰ ਆਤਮਾ ਦੇ ਨਾਲ ਸਾਡਿਆਂ ਘਰਾਂ ਨੂੰ ਆਪਣੀ ਸ਼ਾਂਤੀ, ਆਪਣੇ ਪਿਆਰ ਦੇ ਨਾਲ ਭਰੀ, ਚੰਗਿਆਈ ਦੇ ਵੱਲ ਲੈ ਕੇ ਚੱਲੀ, ਬੁਰਾਈ ਤੋਂ ਬਚਾ ਕੇ ਰੱਖੀ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ 'ਚ ਮੰਗਦੇ ਹਾਂ। ਔਰ ਸਾਰੀ ਸੰਗਤ ਕਹੇ, हे प्रभु जी, हे प्रभु यसू, तेरा साथ साडे नाल बनिया रहे, बाप की निगाहबानी और पवित्र आत्मा की भरपूरी दे विच असीं चलदे रहिए, मसीह यसू दे नाम च आमीन। खुदावंद तुहानूं अपनी बरकत, अपनी शांति और अपने आराम और प्यार दे विच बना के रखे। ब्लैस यू ऑल। प्रभु जी तेरा शुक्र करते हैं उस खाने दे लई जो तू सानूं बख्शिया। इस खाने दे उत्ते अपना रहम पाई और प्रभु जी अपनी बरकत पाई, और खुदावंद साडी गलबात दे विच भी तू होई, यसू दे नाम च।